अकाल दोस्तों, मैं तुहाडा अपना जसवीर सिद्धू एक बार फिर चढ़दी कला मालवा न्यूज़ ते तुहाडे रूबरू ने। सो दोस्तों, जिवें कि हर बार असीं किसी शख्सियत नूं तुहाडे रूबरू कराउने, उस तरह ही साडे नाल अज बहुत अच्छे साडे बहुत ही अजीज साहित्यकार प्रदीप मेहता जी जुड़े हुए ने मौड़ मंडी, ते उन्हां तों जाणांगे उन्हां दे दिल दी गल्लां ते तुहाडे करावांगे रूबरू। सो प्रदीप मेहता जी, तुहाडा बहुत बहुत स्वागत है जी चढ़दी कला मालवा जी। धन्नवाद जी, चढ़दी कला मालवा का बहुत बहुत धन्नवाद कि मेरी जही नाचीज़ ते नाल अज गलबात करन लई तुसीं विशेष तौर पर पहुंचे हो। बहुत बहुत शुक्रिया, धन्नवाद। ਸਰੋਤੇ ਤੁਹਾਨੂੰ ਦੱਸ ਦਈਏ ਕਿ ਪ੍ਰਦੀਪ ਮਹਿਤਾ ਮੌੜ ਮੰਡੀ ਜੀ ਦਾ ਉਹ ਨਾਂ ਹੈਗਾ ਕਿ ਜਿੱਥੇ ਕਿਤੇ ਵੀ ਸੂਬੇ ਦੇ ਵਿੱਚ ਅਸੀਂ ਸਾਹਿਤਕਾਰਾਂ ਦੇ ਵਿੱਚ ਉਹਨਾਂ ਦੀ ਗੱਲ ਕਰੀਏ ਤਾਂ ਸਾਰੇ ਉਹਨਾਂ ਨੂੰ ਜਾਣਦੇ ਨੇ ਔਰ ਉਹਨਾਂ ਦੀਆਂ ਰਚਨਾਵਾਂ ਪ੍ਰਤੀ ਬੜਾ ਮੋਹ ਹੈ ਸਾਰੇ ਜਿਹੜੇ ਸਰੋਤੇ ਨੇ ਜਾਂ ਸਾਡੇ ਸਾਹਿਤਕਾਰ ਨੇ। ਸੋ ਮਹਿਤਾ ਸਾਹਿਬ, ਆਪਾਂ ਇੰਟਰਵਿਊ ਸਟਾਰਟ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਦੇਖ ਰਹੇ ਨੇ, ਤੁਹਾਨੂੰ ਜਾਣਦੇ ਵੀ ਨੇ, ਨਵੇਂ ਵੀ ਸਰੋਤੇ ਨੇ ਤੁਹਾਡੇ, ਤਾਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਸਾਡੇ ਸਰੋਤਿਆਂ ਨਾਲ ਜ਼ਰੂਰ ਗੱਲ ਸਾਂਝੀ ਕਰੋ। हाँ जी, मेरा ਜਿਹੜਾ ਜੱਦੋਪੁਸ਼ ਤੋਂ ਅਸੀਂ ਮੌੜ ਮੰਡੀ ਦੇ ਵਿੱਚ ਹੀ ਰਹਿੰਦੇ ਹਾਂ। ਇੱਥੇ ਹੀ ਮੈਂ SSD ਹਾਈ ਸਕੂਲ ਦੇ ਵਿੱਚ 10ਵੀਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ। ਅੱਗੇ ਮੇਰੇ ਸਰੀਰਕ ਜੋ ਸਮੱਸਿਆ ਸੀ, ਇਸ ਕਰਕੇ ਮੈਂ ਕੋਈ ਕਾਲਜ ਜਾਂ ਯੂਨੀਵਰਸਿਟੀ ਨਹੀਂ ਜਾ ਸਕਿਆ। ਘਰੇ ਬੈਠ ਕੇ ਹੀ ਮੈਂ ਪੜ੍ਹਾਈ ਕੀਤੀ ਅਤੇ ਘਰੇ ਬੈਠ ਕੇ ਹੀ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ, ਫਿਰ ਪੋਸਟ ਗ੍ਰੈਜੂਏਸ਼ਨ ਕੀਤੀ, B.Ed ਕੀਤੀ ਅਤੇ ਫਿਰ ਮੈਂ ਬਤੌਰ SS ਮਾਸਟਰ ਭਰਤੀ ਹੋਇਆ ਅਤੇ ਹੁਣ ਮੈਂ ਬਤੌਰ ਲੈਕਚਰਾਰ ਪੰਜਾਬੀ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਮੌੜ ਮੰਡੀ ਦੇ ਵਿੱਚ ਸੇਵਾ ਨਿਭਾ ਰਿਹਾ। ਮੇਰੇ ਇੱਥੋਂ ਤੱਕ ਪਹੁੰਚਣ ਦੇ ਵਿੱਚ ਮੇਰੇ ਪਰਿਵਾਰ ਦਾ, ਮੇਰੇ ਮਾਤਾ ਪਿਤਾ ਦਾ, ਮੇਰੇ ਭੈਣ ਭਰਾ ਦਾ ਅਤੇ ਹੁਣ ਕਹੀਏ ਕਿ ਮੇਰੀ ਜਿਹੜੀ ਅਰਧਾਂਗਣੀ ਹੈ, ਮੇਰੇ ਬੱਚੇ, ਮੇਰੇ ਭਤੀਜੇ, ਜੋ ਵੀ ਮੇਰਾ ਪਰਿਵਾਰ ਹੈ, ਇੱਕ ਸਾਡਾ ਸਾਂਝਾ ਪਰਿਵਾਰ ਹੈ, ਉਹਨਾਂ ਦਾ ਬੜਾ ਯੋਗਦਾਨ ਹੈਗਾ। ਉਹਨਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ, ਮੇਰੇ ਯਾਰਾਂ ਦੋਸਤਾਂ ਨੇ, ਆਲੇ ਦੁਆਲੇ ਨੇ, ਕਿ ਵੀ ਹਾਂ ਵੀ ਮੈਨੂੰ ਕੋਈ ਸਮੱਸਿਆ ਹੈ। ਮੈਂ ਆਪਣਾ ਬਹੁਤ ਮਤਲਬ ਕਿ ਇੱਕ ਭਰਪੂਰ ਜੀਵਨ ਜਿਉ ਰਿਹਾ। ਹਾਂਜੀ, ਮੈਂ ਤਾਂ ਸਾਹਿਬ, ਜਦੋਂ ਵੀ ਕੋਈ ਵਿਲੱਖਣ ਗੱਲ ਕਰਦਾ ਹੈ, ਜਦੋਂ ਵੀ ਕੋਈ ਰਚਨਾ ਉਹ ਰਚਦਾ ਹੈਗਾ, ਜਿਵੇਂ ਚਿੱਤਰਕਾਰ ਹੈ, ਮੂਰਤੀਆਂ ਬਣਾਉਂਦਾ ਹੈਗਾ, ਪੱਥਰ ਦੇ ਵਿੱਚੋਂ ਮੂਰਤੀ ਪੈਦਾ ਕਰਦਾ ਹੈ, ਤੁਸੀਂ ਵੀ ਉਸੇ ਤਰ੍ਹਾਂ ਸਾਹਿਤ ਦੇ ਵਿੱਚ ਇੱਕ ਗਜ਼ਲ, ਕਵਿਤਾ, ਮਿੰਨੀ ਕਹਾਣੀ ਨੂੰ ਤਰਜੀਹ ਦਿੱਤੀ ਹੈਗੀ। ਇਹ ਕੋਈ ਪੈਸੇ ਦਾ ਖੇਤਰ ਨਹੀਂ ਗਾ, ਮਾਨਸਿਕ ਸੰਤੁਸ਼ਟੀ ਦਾ ਜਿਹੜਾ ਖੇਤਰ ਹੈਗਾ। ਉਹ ਕਿਹੜਾ ਸਮਾਂ ਸੀ, ਤੁਹਾਡੀ ਕਿੰਨੀ ਕੁ ਉਮਰ ਸੀ, ਕਿਹੜੇ ਕਲਾਸ ਸੀ, ਤੁਹਾਡੇ ਮਨ 'ਚ ਇਸ ਤਰ੍ਹਾਂ ਦੀ ਗੱਲ ਆਈ ਕਿ ਜਿੱਦਾਂ ਸਮਾਜ ਦੇ ਵਿੱਚ ਕੋਈ ਦੱਬੇ ਕੁਚਲੇ ਲੋਕ ਹੈ, ਜਾਂ ਮੁਹੱਬਤ ਦੀ ਗੱਲ ਹੈ, ਜਾਂ ਕਿਸੇ ਹੋਰ ਪੱਧਰ ਦੀ ਗੱਲ ਹੈ, ਜਿਹਨੂੰ ਲੋਕਾਂ ਦੇ ਸਾਹਮਣੇ ਜਿਵੇਂ ਮਾਲਾ ਦੇ ਵਿੱਚ ਮੋਤੀ ਹੁੰਦੇ ਪਰੋ ਕੇ ਰੱਖਿਆ ਜਾਵੇ, ਉਹ ਕਿਹੜੀਆਂ ਘਟਨਾਵਾਂ ਸੀ ਤੁਹਾਨੂੰ ਮਹਿਸੂਸ ਹੋਇਆ ਕਿ ਇਹਨੂੰ ਗੱਲ ਨੂੰ ਆਪਾਂ ਬੰਨ੍ਹ ਕੇ ਲੋਕਾਂ ਸਾਹਮਣੇ ਰੱਖੀਏ? ਬਿਲਕੁਲ ਜੀ, ਜਦੋਂ ਮੈਂ ਮੈਟ੍ਰਿਕ ਪਾਸ ਕੀਤੀ ਤਾਂ ਉਸ ਵੇਲੇ ਕਿਉਂਕਿ ਕਾਲਜ ਜਾਣਾ ਮੇਰੇ ਲਈ ਅਸੰਭਵ ਸੀ, ਤਾਂ ਮੈਨੂੰ ਇਹ ਸੁਜੈਸਟ ਕੀਤਾ ਗਿਆ ਕਿ ਤੁਸੀਂ ਗਿਆਨੀ ਕਰ ਲਓ। ਉਸ ਵੇਲੇ ਗਿਆਨੀ ਦਾ ਬੜਾ ਬੋਲਬਾਲਾ ਸੀ, ਗਿਆਨੀ ਦੀਆਂ ਕਿਤਾਬਾਂ ਲਿਆਂਦੀਆਂ ਮੈਂ, ਤਾਂ ਜਦੋਂ ਮੈਂ ਉਹਦੇ ਵਿੱਚੋਂ ਕਵਿਤਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਸ਼ਿਵ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਇਹਨਾਂ ਦੇ ਨਾਲ ਮੇਰਾ ਵਾਹ ਪਿਆ, ਬਾਬਾ ਬਲਵੰਤ। ਅਤੇ ਇਹਨਾਂ ਨੂੰ ਪੜ੍ਹਦੇ ਹੋਏ ਮੈਂ ਮਹਿਸੂਸ ਕੀਤਾ ਕਿ ਵੀ ਇਸ ਤਰ੍ਹਾਂ ਦੇ ਵਲਵਲੇ ਜਿਹੜੇ ਹੈਗੇ ਆ ਵੀ ਸ਼ਾਇਦ ਮੇਰੇ ਅੰਦਰ ਵੀ ਹੈ, ਵੀ ਮਤਲਬ ਕਿ ਮੈਂ ਵੀ ਕੋਈ ਆਪਣੀ ਗੱਲ ਸਮਾਜ ਦੇ ਸਾਹਮਣੇ ਸਨਮੁਖ ਰੱਖ ਸਕਦਾ। ਪਰ ਕਿਉਂਕਿ ਮੇਰੇ ਲਈ ਕੋਈ ਕਹੀਏ ਕੋਈ ਸਟੇਜ ਨਹੀਂ ਸੀਗਾ ਕਿ ਕਿੱਥੇ ਮੈਂ ਆਪਣੇ ਆਪ ਨੂੰ ਪ੍ਰਸਤੁਤ ਕਰਾਂ, ਕਿਵੇਂ ਲਿਖਿਆ ਜਾਵੇ, ਨਾ ਹੀ ਕੋਈ ਅਖਬਾਰਾਂ ਨਾਲ ਜਾਂ ਜਿਹੜੇ ਰਸਾਲੇ ਵਗੈਰਾ ਸੀਗੇ ਉਹਨਾਂ ਨਾਲ ਕੋਈ ਰਾਬਤਾ ਨਹੀਂ ਸੀਗਾ, ਉਹਨਾਂ ਨਾਲ ਕੋਈ ਸੰਬੰਧ ਨਹੀਂ ਸੀਗੇ। ਪਰੰਤੂ ਮੈਂ ਜਦੋਂ ਵੀ ਕਿਤੇ ਕੋਈ ਮੇਰੇ ਮਨ ਦੇ ਵਿੱਚ ਕੋਈ ਖਿਆਲ ਆਉਂਦਾ ਤਾਂ ਉਸ ਨੂੰ ਮੈਂ ਮਤਲਬ ਕਾਗਜ਼ 'ਤੇ ਉਲੀਕਦਾ ਰਹਿੰਦਾ। ਮੈਨੂੰ ਐਂ ਲੱਗਦਾ ਵੀ ਜਿੰਨਾ ਕੁ ਸ਼ਿਵ ਨੂੰ ਮੈਂ ਸ਼ਿੱਦਤ ਦੇ ਨਾਲ ਪੜ੍ਹਿਆ ਤਾਂ ਉਸ ਨੇ ਮਤਲਬ ਕਿ ਮੈਨੂੰ ਮੇਰੇ ਅੰਦਰ ਦਾ ਜੋ ਕੁਛ ਵੀ ਕਹਿ ਲਈਏ ਵੀ ਲਿਖਣ ਲਈ, ਉਹਨੇ ਕਲਮ ਚੱਕਣ ਦੇ ਲਈ ਮਜਬੂਰ ਕੀਤਾ ਕਿ ਵੀ ਵਾਕਈ ਮਤਲਬ ਜਿਹੜਾ ਹੈਗਾ ਅੰਦਰ ਸਾਹਿਤ ਦਾ ਜਾਂ ਕੋਈ ਕੁਝ ਵਗ ਰਿਹਾ ਹੈ ਜਿਹਨੂੰ ਕਿ ਇੱਕ ਰੂਪ ਦਿੱਤਾ ਜਾ ਸਕਦਾ ਹੈਗਾ। ਸ਼ਿਵ ਨੂੰ ਪੜ੍ਹਦੇ ਹੋਏ ਮੇਰੇ ਤਾਂ ਰੌਂਗਟੇ ਅਜੇ ਵੀ ਜੇ ਆਪਾਂ ਗੱਲ ਕਰੀਏ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹੈਗੇ। ਤਾਂ ਇਸ ਤਰ੍ਹਾਂ ਜਿਉਂ-ਜਿਉਂ ਜਿਹੜੀ ਮੈਂ ਪੜ੍ਹਾਈ ਕਰਦਾ ਗਿਆ ਅਤੇ ਨਾਲ ਨਾਲ ਵੱਖ-ਵੱਖ ਸਾਹਿਤ ਵਿਧਾਵਾਂ ਦੇ ਨਾਲ ਮੇਰਾ ਵਾਹ ਪੈਂਦਾ ਗਿਆ ਤਾਂ ਉਹਨਾਂ ਨੂੰ ਸਮਝਣ ਦੀ ਜਿਹੜੀ ਯੋਗਤਾ ਵੀ ਵੱਧਦੀ ਗਈ ਅਤੇ
ਲੋਕਾਂ ਦੇ ਨਾਲ ਜਾਂ ਸਾਹਿਤਕ ਗਲਿਆਰਿਆਂ ਦੇ ਵਿੱਚ ਵੀ ਮੇਰਾ ਵਾਹ ਪਿਆ। ਭਾਵੇਂ ਕਿ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਭਾਈ ਵੀਰ ਸਿੰਘ ਦੀ ਇੱਕ ਕਵਿਤਾ ਸੀ ਵਿਨਸ਼ਾ ਦਾ ਫੁੱਲ, ਉਹਦੇ ਵਿੱਚੋਂ ਕਹਿੰਦੇ ਕਿ ਵੀ ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪਕੇ ਤੁਰ ਜਾਣ ਦੀ, ਉਹਦਾ ਮੇਰੇ 'ਤੇ ਬੜਾ ਅਸਰ ਹੋਇਆ। ਮਤਲਬ ਕਿ ਇੱਕ ਲੰਮੇ ਸਮੇਂ ਤੱਕ ਜੋ ਮੈਂ ਆਪਣੀਆਂ ਰਚਨਾਵਾਂ ਲਿਖੀਆਂ ਉਹ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀਆਂ, ਸਾਂਝੀਆਂ ਨਹੀਂ ਕੀਤੀਆਂ, ਵੀ ਪਤਾ ਨਹੀਂ ਕੀ ਇਹਦੇ ਵਿੱਚ ਹੋਵੇਗਾ, ਵੀ ਹਾਂ ਵੀ ਉਸ ਨੂੰ ਮੈਂ ਲਿਖ ਲੈਂਦਾ ਸੀ। ਮਤਲਬ ਅਜੇ ਵੀ ਮੈਂ ਕਹਿੰਦਾ, ਜਿਵੇਂ ਆਮ ਲੋਕ ਕਹਿੰਦੇ, ਮੈਂ ਮਹਿਸੂਸ ਕਰਦਾ ਕਿ ਸਾਹਿਤ ਰੂਹ ਦੀ ਖੁਰਾਕ ਹੈ। ਬਿਲਕੁਲ ਮਾਨਸਿਕ ਤੁਹਾਨੂੰ ਇਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ ਕਿ ਜਿਸ ਤਰ੍ਹਾਂ ਆਪਾਂ ਕਹੀਏ ਨਾ ਵੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਅਤੇ ਜਦੋਂ ਬੱਚੇ ਦੇ ਪਿਆਰੇ ਮੁੱਖ ਨੂੰ ਮਾਂ ਦੇਖਦੀ ਹੈ, ਉਹਨੂੰ ਮਤਲਬ ਕਿ ਸਕੂਨ ਮਿਲਦਾ ਹੈ। ਬਿਲਕੁਲ ਮੈਨੂੰ ਵੀ ਆਪਣੀ ਰਚਨਾ ਜਦੋਂ ਮੈਂ ਲਿਖ ਕੇ ਦੇਖਦਾ, ਉਸ ਨੂੰ ਪੜ੍ਹਦਾ ਜਾਂ ਗੁਣਗੁਣਾਉਂਦਾ ਤਾਂ ਮੈਨੂੰ ਬੜਾ ਮਹਿਸੂਸ ਹੁੰਦਾ, ਬਿਲਕੁਲ ਐਂ ਤਸੱਲੀ ਬਖਸ਼। ਤਾਂ ਇਸ ਤਰ੍ਹਾਂ ਜਿਹੜਾ ਸੀਗਾ ਵੱਖ-ਵੱਖ ਵਿਧਾਵਾਂ ਦੇ ਨਾਲ ਮੇਰਾ ਵਾਹ ਪਿਆ। ਕਵਿਤਾ ਤੋਂ ਹੁੰਦੇ ਹੋਏ ਮਿੰਨੀ ਕਹਾਣੀ ਵੱਲ ਨੂੰ ਵਰਤੇ, ਕਿਉਂਕਿ ਦੌਰ ਸੀਗਾ ਮਿੰਨੀ ਕਹਾਣੀ ਦਾ, ਹੁਣ ਵੀ ਦੌਰ ਹੈਗਾ। ਮੈਂ ਇੱਥੇ ਇਹ ਗੱਲ ਸਪਸ਼ਟ ਕਰ ਦੇਣੀ ਚਾਹੂੰਗਾ ਕਿ ਮਿੰਨੀ ਕਹਾਣੀ ਦਾ ਅੱਜ ਦੇ ਯੁੱਗ ਦੇ ਵਿੱਚ ਜਾਂ ਅੱਜ ਦੀ ਇੱਕ ਪ੍ਰਮੁੱਖ ਵਿਧਾ ਦੇ ਰੂਪ ਵਿੱਚ ਅਸੀਂ ਇਹਨੂੰ ਦੇਖਦੇ ਹਾਂ। ਕਾਫੀ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਮਿੰਨੀ ਕਹਾਣੀ ਨੇ ਆਪਣੀ ਜਗ੍ਹਾ ਬਣਾਈ ਹੈ। ਅਤੇ ਮੈਂ ਇਸ ਮਿੰਨੀ ਕਹਾਣੀ ਨੂੰ ਮਤਲਬ ਕਿ ਬਚਪਨ ਤੋਂ ਲਾ ਕੇ ਅਤੇ ਇੱਥੋਂ ਤੱਕ ਆਉਂਦੇ ਦੇਖਿਆ। ਮਤਲਬ ਕਿ ਕਹਾਣੀ ਦੇ ਨਾਲ ਜੁੜੇ ਵੀ ਰਹੇ ਹਾਂ, ਬਿਲਕੁਲ ਕਹਾਣੀ ਦੇ ਨਾਲ ਜੁੜੇ ਵੀ ਰਹੇ ਹਾਂ ਅਤੇ ਇਸ ਨੂੰ ਲਿਖਦੇ ਵੀ ਰਹੇ ਹਾਂ। ਜੋ ਦੌਰ ਸੀ, ਕਿਉਂਕਿ ਉਦੋਂ ਗਾਈਡ ਕਰਨ ਵਾਲਾ ਨਹੀਂ ਸੀਗਾ ਹੁੰਦਾ, ਹੌਲੀ ਹੌਲੀ ਕਿਤਾਬਾਂ ਪੜ੍ਹੀਆਂ, ਪਤਾ ਲੱਗਿਆ ਵੀ ਇਹ ਟੈਕਨੀਕ ਕਿਵੇਂ ਹੈ, ਕਿਸ ਤਰ੍ਹਾਂ ਲਿਖਣੀ ਹੈ। ਬਿਲਕੁਲ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਵੇਲੇ ਦੇ ਜੋ ਨਿਊਜ਼ ਪੇਪਰ ਸੀਗੇ, ਖਾਸ ਕਰਕੇ, ਬਿਲਕੁਲ ਖਾਸ ਕਰਕੇ ਜਿਵੇਂ ਅਜੀਤ ਅਖਬਾਰ ਸੀ, ਉਹਨੇ ਸਭ ਤੋਂ ਪਹਿਲਾਂ ਮੇਰੀਆਂ 2 ਮਿੰਨੀ ਕਹਾਣੀਆਂ ਲਗਾਈਆਂ। ਅਤੇ ਮੈਂ ਉਹਨਾਂ ਨੂੰ ਜੋ ਯਾਦ ਕਰਦਾ ਅਤੇ ਹਜੇ ਵੀ ਮੈਨੂੰ ਐਂ ਲੱਗਦਾ ਵੀ ਉਹ ਜਿਹੜੀ ਥ੍ਰਿਲਿੰਗ ਸੀਗੀ ਉਹ ਅਜੇ ਵੀ ਮੇਰੇ ਅੰਦਰ ਕਾਇਮ ਹੈ। ਵੀ ਜੋ ਪਹਿਲੇ ਵਾਰ ਰਚਨਾ ਲੱਗੀ, ਵੀ ਜੋ ਥੱਲੜੇ ਪਾਸੇ ਮੈਂ ਪੜ੍ਹਿਆ ਵਰਦੀ ਮਹਿਤਾ ਆਇਆ, ਤਾਂ ਵਾਕਈ ਖੁਸ਼ੀ ਹੋਈ ਮੈਨੂੰ। ਕਈ ਵਾਰ ਨਹੀਂ, ਮੇਰੀ ਪਰਿਵਾਰਕ ਮੈਂਬਰਾਂ ਦਾ ਜਿਹੜਾ ਸੀਗਾ, ਮੇਰੀ ਮਦਰ, ਮੇਰੀ ਮਾਂ, ਉਹਨੂੰ ਬੜਾ ਵਧੀਆ ਲੱਗਦਾ ਸੀਗਾ, ਖੁਸ਼ੀ ਹੁੰਦੀ ਸੀ। ਉਹ ਹਰੇਕ ਨੂੰ ਜੋ ਕਦੇ ਗੱਲ ਕਰਦੇ ਤਾਂ ਉਹ ਕਹਿੰਦੇ ਵੀ ਮੇਰਾ ਜਿਹੜਾ ਹੈਗਾ ਬੱਚੇ ਨੇ ਲਿਖਿਆ ਜਾਂ ਹੋਰ ਹੈ, ਉਹ ਬੜਾ ਫਖਰ ਮਹਿਸੂਸ ਕਰਦੀ ਸੀ ਇੱਥੇ। ਮੈਂ ਤਾਂ ਸਭ ਬਹੁਤ ਸੋਹਣੀ ਗੱਲਬਾਤ ਹੈ। ਜਿਵੇਂ ਸ਼ੁਰੂਆਤੀ ਦੌਰ ਦੇ ਵਿੱਚ, ਜਿਵੇਂ 10th 'ਚ +2 'ਚ ਜਿਵੇਂ ਤੁਸੀਂ ਸਟਾਰਟ ਕੀਤੀ ਗੱਲਬਾਤ ਸਾਰੀ, ਗਜ਼ਲ ਕਵਿਤਾ ਦੇ ਨਾਲ ਵੀ ਤੁਹਾਡਾ ਵਾਹ ਵਾਸਤਾ ਰਿਹਾ ਬੜਾ। ਤਾਂ ਜਿਹੜੀ ਗਜ਼ਲ ਕਵਿਤਾ ਹੈ, ਸ਼ੁਰੂ ਦੇ ਵਿੱਚ ਕੋਈ ਵੀ ਮਨੁੱਖ ਹੈ ਉਹ ਮੁਹੱਬਤ ਭਰੀ ਲਿਖਦਾ ਹੈਗਾ। ਤੁਹਾਡੀ ਉਹ ਸਮਾਜਵਾਦੀ ਕਵਿਤਾਵਾਂ ਜਾਂ ਗਜ਼ਲਾਂ ਸੀ, ਜਾਂ ਤੁਸੀਂ ਵੀ ਉਸ ਦੌਰ ਦੇ ਵਿੱਚੋਂ ਗੁਜ਼ਰਦਿਆਂ ਸਕੂਲ ਜਾਂ ਕਾਲਜ ਦੀ ਜ਼ਿੰਦਗੀ ਦੇ ਵਿੱਚ ਮੁਹੱਬਤ ਭਰੀਆਂ ਰਚਨਾਵਾਂ ਜਿਹੜੀਆਂ ਲਿਖੀਆਂ, ਵੀ ਤੁਹਾਡੀ ਸੋਚ ਕਿਹੜੇ ਪੱਧਰ ਦੀ ਸੀ, ਕਿਸ ਤਰ੍ਹਾਂ ਦਾ ਸ਼ੁਰੂਆਤੀ ਦੌਰ ਦੇ ਵਿੱਚ ਲਿਖਿਆ? ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿ ਸ਼ਿਵ ਬਟਾਲਵੀ ਨੂੰ ਜੋ ਪੜ੍ਹਿਆ ਤਾਂ ਆਟੋਮੈਟਿਕਲੀ ਹੈ ਵੀ ਉਹਦਾ ਅਸਰ ਆਪਣੇ 'ਤੇ ਹੋਣਾ ਹੀ ਗਾ। ਰੋਮਾਂਸਵਾਦ ਕਵਿਤਾ ਜਿਹੜਾ ਹੈਗਾ, ਉਸ ਨੂੰ ਤੁਸੀਂ ਕਿਸੇ ਵੀ ਲੇਖਕ ਨੂੰ ਕਿਸੇ ਪੱਧਰ 'ਤੇ ਦੇਖੋ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਉਹਦੀ ਕਵਿਤਾ ਹੀ ਪਣਪਦੀ ਹੈ, ਕਿਉਂਕਿ ਮਨੁੱਖ ਦਾ ਸੰਗੀਤ ਦੇ ਨਾਲ ਯੁੱਗ ਯੁਗਾਂਤਰਾਂ ਤੋਂ ਵਾਹ ਹੈਗਾ। ਅਤੇ ਕਵਿਤਾ ਇੱਕ ਜਿਹੜਾ ਹੈਗਾ ਇੱਕ ਸੰਗੀਤਕ ਚੀਜ਼ ਹੈ, ਠੀਕ ਹੈ। ਸ਼ਬਦਾਂ ਦੀ ਟੁਨਕਾਰ ਹੈ ਉਹਦੇ ਵਿੱਚ ਲੈਅ ਹੈ, ਸੁਰ ਹੈ, ਤਾਲ ਹੈ, ਠੀਕ ਹੈ। ਤਾਂ ਵਿਸ਼ੇ ਮੈਂ ਹਰੇਕ ਛੋਏ, ਪਰ ਜਿਹੜਾ ਸੀਗਾ ਜ਼ਿਆਦਾਤਰ ਵਿਸ਼ਾ ਜਿਹੜਾ ਹੈਗਾ, ਮਤਲਬ ਮੈਂ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਜਿਹੜਾ ਰੋਮਾਂਸਵਾਦ, ਕਿਉਂਕਿ ਜ਼ਿਆਦਾ ਪੜ੍ਹਿਆ ਅਤੇ ਉਹ ਲਿਖਿਆ। ਅਤੇ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਹੈ ਕਿ ਬਹੁਤ ਸਾਰੇ ਜਿਹੜੇ ਹੈਗੇ ਮੇਰੇ ਜਿਹੜੇ ਆਲੋਚਕ ਦੋਸਤ ਹੈ ਉਹ ਮੇਰੇ ਨਾਲ ਸ਼ਾਇਦ ਨਾ ਸਹਿਮਤ ਹੋਣ। ਮੈਂ ਸਮਝਦਾ ਕਿ ਜਿਹੜੀ ਗਜ਼ਲ ਹੈ ਉਹ ਜਿਹੜੀ ਇੱਕ ਪ੍ਰੇਮ ਮੁਹੱਬਤ ਦੀ ਗੱਲ ਹੀ ਹੈ। ਜੀ ਮੈਂ ਕਹਿਣਾ ਚਾਹੂੰਗਾ ਕਿ ਮਹਿਬੂਬ ਨਾਲ ਗੱਲਾਂ ਕਰਨੀਆਂ। ਮੈਂ ਤਾਂ ਸਭ ਤੁਹਾਡੀ ਗੱਲ ਰੋਕ ਰਿਹਾ, ਬਹੁਤ ਸੋਹਣੀ ਗੱਲਬਾਤ ਹੈ। ਸਾਹਿਤਕ ਗਲਿਆਰਿਆਂ 'ਚ ਪ੍ਰੋਗਰਾਮਾਂ 'ਚ ਚਰਚਾ ਹੁੰਦੀ ਹੈ ਕਿ ਜਿਹੜੀ ਗਜ਼ਲ ਅਤੇ ਕਵਿਤਾ ਨੂੰ ਜਿੰਨੀ ਡੂੰਘਾਈ ਨਾਲ ਲਿਖਿਆ ਜਾ ਸਕਦਾ ਹੈਗਾ, ਬਹੁਤ ਜ਼ਿਆਦਾ ਡੂੰਘਾਈ ਨਾਲ ਸਾਹਿਤਕ ਸਮੁੰਦਰ ਹੈ, ਅਤੇ ਉਹ ਮੁਹੱਬਤ ਨੂੰ ਸਭ ਤੋਂ ਡੂੰਘਾ ਉਤਰ ਕੇ ਲਿਖਿਆ ਜਾ ਸਕਦਾ ਹੈ, ਮਰਨ ਦੀ ਹੱਦ ਤੱਕ ਲਿਖਿਆ ਜਾ ਸਕਦਾ, ਉਹਨੂੰ ਲੋਕ ਪ੍ਰਵਾਨਗੀ ਵੀ ਦਿੰਦੇ। ਬਿਲਕੁਲ। ਜਿਹੜਾ ਆਪਾਂ ਕਹਿੰਦੇ ਵੀ 2.5 ਅਕਸ਼ਰ ਪ੍ਰੇਮ ਕੇ
ਪੜ੍ਹੇ ਸੋ ਪੰਡਿਤ ਹੋਏ। ਤਾਂ ਇਹ ਜਿਹੜਾ ਇੱਕ ਹੋਰ ਵੀ ਦੇਖੋ, ਇਹ ਨਹੀਂ ਹੈਗਾ ਕਿ ਜਿਹੜਾ ਰੋਮਾਂਸਵਾਦ ਹੈ ਜਾਂ ਜਿਹੜਾ ਪ੍ਰੇਮ ਭਾਵ ਹੈਗਾ ਉਹ ਇੱਕ ਪੱਖ ਹੀ ਹੈ, ਉਹਦਾ ਹੋਰ ਬਹੁਤ ਪੱਖ ਹੈਗੇ ਹੈ। ਠੀਕ ਹੈ ਨਾ, ਆਪਣੇ ਮਾਤਾ ਪਿਤਾ ਪ੍ਰਤੀ ਪ੍ਰੇਮ ਹੈਗਾ, ਤੁਹਾਡੇ ਸਮਾਜ ਪ੍ਰਤੀ ਪ੍ਰੇਮ ਹੈ, ਆਪਣੇ ਬੱਚਿਆਂ ਪ੍ਰਤੀ ਪ੍ਰੇਮ ਹੈ। ਪਰੰਤੂ ਜਿਹੜਾ ਮਤਲਬ ਇਹ ਇੱਕ ਵਿਸ਼ਾ ਹੈਗਾ ਇਹ ਗਜ਼ਲ ਦਾ, ਜੇਕਰ ਪ੍ਰਮੁੱਖ ਜੇ ਆਪਾਂ ਵਿਸ਼ਿਆਂ ਦੀ ਗੱਲ ਕਰੀਏ ਤਾਂ ਇਹੀ ਹੈ। ਠੀਕ ਹੈ, ਹੁਣ ਜੋ ਵੱਡੇ ਜਿਹੜੇ ਗਜ਼ਲਗੋ ਹੈਗੇ ਹੈ ਉਹ ਹਰੇਕ ਵਿਸ਼ੇ ਦੇ ਉੱਤੇ ਗਜ਼ਲ ਲਿਖਦੇ ਹੈ, ਉਹ ਰਾਜਨੀਤਿਕ ਲੈ 'ਤੇ ਵੀ ਲਿਖਦੇ ਜਾਂ ਹੋਰ। ਪਰ ਮੈਂ ਕਈ ਵਾਰ ਸੋਚਦਾ ਕਿ ਵੀ ਜਿਹੜੀ ਗਜ਼ਲ ਹੈਗੀ ਹੈ ਉਹ ਤਾਂ ਜੇ ਪ੍ਰੇਮ ਭਾਵ ਦੇ ਵਿਸ਼ੇ ਨੂੰ ਲੈ ਕੇ ਛੋਈ ਜਾਵੇ ਤਾਂ ਜ਼ਿਆਦਾ ਬਿਹਤਰ ਹੋਊਗੀ। ਮੈਂ ਤਾਂ ਸਭ ਦਿਲ ਦੀ ਗੱਲ ਅਸੀਂ ਕੀਤੀ ਹੈ, ਬਹੁਤ ਸੋਹਣੀ ਦਿਲ ਨੂੰ ਛੂਹ ਲੈਣ ਵਾਲੀ ਗੱਲ ਕੀਤੀ ਹੈ। ਵਾਕਈ ਮੁਹੱਬਤ ਜਿਹੜੀ ਹੈ ਉਹਨੂੰ ਬਹੁਤ ਵਧੀਆ, ਕਿਉਂਕਿ ਅੰਦਰ ਹਰ ਮਨੁੱਖ ਦੇ ਮਨੋਭਾਵ ਹੁੰਦੇ, ਉਹਨੂੰ ਵਧੀਆ ਤਰੀਕੇ ਨਾਲ ਲਿਖਿਆ ਜਾ ਸਕਦਾ, ਬੋਲਿਆ ਜਾ ਸਕਦਾ। ਸੋ ਜੇਕਰ ਆਪਾਂ ਅਗਲੀ ਗੱਲ ਕਰੀਏ, ਮੈਂ ਤਾਂ ਸਭ ਤੁਸੀਂ ਜ਼ਿੰਦਗੀ ਦੇਖੀ ਹੈ ਸਾਹਿਤਕ ਖੇਤਰ ਦੀ, ਲੋਕਾਂ ਨਾਲ ਵਿਚਰੇ ਹੋ। ਸਾਡੀ ਨੌਜਵਾਨ ਪੀੜ੍ਹੀ, ਸਾਡੇ ਜਿਹੜੇ ਮੁੰਡੇ ਹੈ, ਸਾਡੀਆਂ ਕੁੜੀਆਂ ਹੈ, ਅਤੇ ਐਜੂਕੇਸ਼ਨ ਵੀ ਲੈ ਰਹੇ ਆ, ਉਹ ਵੱਡੇ ਪੱਧਰ 'ਤੇ ਐਜੂਕੇਸ਼ਨ ਲੈ ਰਹੇ, ਸ਼ਾਇਦ ਪਹਿਲਾਂ ਹੀ ਨਹੀਂ ਸੀ ਜਿੰਨੀ ਹੁਣ ਲੈ ਰਹੇ ਆ। ਪ੍ਰਬੰਧ ਬੜੇ ਆ ਸਕੂਲਾਂ ਕਾਲਜਾਂ ਦੇ ਵਿੱਚ, ਤਾਂ ਨੌਜਵਾਨ ਪੀੜ੍ਹੀ ਸਾਹਿਤ ਨਾਲੋਂ ਟੁੱਟਦੀ ਜਾ ਰਹੀ ਹੈ। ਕਿੰਨਾ ਕੁ ਤੁਹਾਨੂੰ ਦੁੱਖ ਹੈ ਅਤੇ ਕੀ ਕਾਰਨ ਨੇ? ਸਾਹਿਤ ਦਾ ਜਦੋਂ ਮੈਂ ਦੇਖੋ ਆਪਣੀ ਕਲਾਸ ਨੂੰ ਸ਼ੁਰੂ ਕਰਦਾ ਤਾਂ ਮੈਂ ਸਭ ਤੋਂ ਪਹਿਲਾਂ ਸਾਹਿਤ ਦੀ ਪਰਿਭਾਸ਼ਾ ਬੱਚਿਆਂ ਨਾਲ ਸਾਂਝੀ ਕਰਦਾ, ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਸਾਹਿਤ ਪ੍ਰਤੀ ਪ੍ਰੇਮ ਜਾਗਰਿਤ ਹੋਵੇ। ਸਾਹਿਤ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ, ਸਾਹ ਪਲੱਸ ਹਿੱਤ। ਸਾਹ ਮਤਲਬ ਕਿ ਸਾਰਿਆਂ ਦੇ ਲਈ, ਹਿੱਤ ਮਤਲਬ ਕਿ ਹਿੱਤ ਕਰਨ ਵਾਲਾ, ਹਿਤੈਸ਼ੀ। ਤਾਂ ਸਾਹਿਤ ਉਹੀ ਹੈ ਜੋ ਕਿ ਸਾਰਿਆਂ ਦਾ ਹਿੱਤ ਕਰਦਾ ਹੋਵੇ। ਜੇ ਆਪਾਂ ਗੱਲ ਕਰੀਏ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੀ ਕਿ ਉਹ ਸਾਹਿਤ ਦੇ ਨਾਲੋਂ ਟੁੱਟਦੀ ਜਾ ਰਹੀ ਹੈਗੀ, ਉਹਦੇ ਵਿੱਚ ਦੇਖੋ ਮੈਂ ਜਿਹੜੀ ਪੀੜ੍ਹੀ ਅੰਤਰ ਨੂੰ ਵੱਡਾ ਕਾਰਨ ਸਮਝਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਹੱਥਾਂ 'ਚ ਮੋਬਾਇਲ ਤਾਂ ਦੇਤੇ, ਠੀਕ ਹੈ, ਲੈਪਟਾਪ ਦੇਤੇ, ਪਰੰਤੂ ਕਿਤਾਬਾਂ ਦੇਣ ਤੋਂ ਅਸਮਰਥ ਰਹੇ ਹੈਗੇ। ਬਿਲਕੁਲ, ਜੇ ਕੁਝ ਮਤਲਬ ਰੱਖਿਆ ਵੀ ਗਿਆ ਤਾਂ ਉਹਨਾਂ ਨੂੰ ਐਕਚੁਅਲੀ ਇਹ ਹੈ ਕਿ ਚੋਣ ਕਿਸ ਤਰ੍ਹਾਂ ਕੀਤੀ ਜਾਵੇ, ਉਹਨਾਂ ਦਾ ਦ੍ਰਿਸ਼ਟੀਕੋਣ ਕਿਵੇਂ ਬਣਾਈਏ ਆਪਾਂ ਬੱਚਿਆਂ ਦਾ, ਕਿ ਕੀ ਪੜ੍ਹਿਆ ਜਾਵੇ ਅਤੇ ਕੀ ਨਾ ਪੜ੍ਹਿਆ ਜਾਵੇ। ਦੇਖੋ ਦੋਨੇ ਗੱਲਾਂ ਹੈਗੀਆਂ। ਸਾਹਿਤ ਦੇ ਨਾਂ 'ਤੇ ਬਹੁਤ ਵਿਵਰਜਿਤ ਵਿਸ਼ੇ ਵੀ ਲਿਖੇ ਜਾ ਰਹੇ ਹੈਗੇ। ਜਦੋਂ ਉਸ ਨੂੰ ਬਿਲਕੁਲ, ਜੇ ਉਸ ਨੂੰ ਤੁਸੀਂ ਸਾਹਿਤ ਕਹਿ ਕੇ ਅਤੇ ਯੂਨੀਵਰਸਿਟੀਆਂ ਜਾਂ ਕਾਲਜ ਦੇ ਜਾਂ ਸਕੂਲਾਂ ਦੇ ਵਿੱਚ ਪਰੋਸੋਗੇ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੇ ਮਾਂ ਬਾਪ ਹੋਣਗੇ ਉਹ ਕਹਿਣਗੇ ਵੀ ਕੀ ਕਰਾਉਣਾ ਇਹਨਾਂ ਤੋਂ। ਠੀਕ ਹੈ, ਪਰ ਮੁੱਖ ਗੱਲ ਇਹ ਹੈ ਕਿ ਜੇਕਰ ਅਜੇ ਵੀ ਸਮੇਂ ਰਹਿੰਦੇ ਅਸੀਂ ਇਸ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੋੜ ਲਈਏ ਤਾਂ ਬਹੁਤ ਵਧੀਆ ਹੈ। ਪਿੱਛੇ ਜਿਹੜੇ ਮੇਲਿਆਂ ਬਾਰੇ ਗੱਲ ਕਰਦੇ ਹਾਂ ਕਿ ਪੁਸਤਕ ਮੇਲੇ ਲੱਗੇ, ਉਹਨਾਂ ਦੇ ਵਿੱਚ ਕਿਤਾਬਾਂ ਦਾ ਵਿਕਣਾ ਇੱਕ ਸ਼ੁਭ ਸ਼ਗਨ ਹੈਗਾ ਵੀ ਇੰਨੀਆਂ ਕਿਤਾਬਾਂ ਵਿਕ ਗਈਆਂ। ਠੀਕ ਹੈ, ਤਾਂ ਉਹ ਸ਼ੁਭ ਸ਼ਗਨ ਹੈਗਾ। ਉਹ ਇਸ ਤਰ੍ਹਾਂ ਹੈ ਜਿਵੇਂ ਕਿ ਅਸੀਂ ਵਣ ਮਹਾਤਸਵ ਮਨਾਉਣੇ ਆ, ਅਸੀਂ 1000 ਦਰਖਤ ਲਾਤਾ, ਪਾਲੇ ਕਿੰਨੇ? 4 ਜਾਂ 5। ਠੀਕ ਹੈ, ਇਹ ਨਾ ਹੋਵੇ। ਭਾਵੇਂ ਇੱਕ ਕਿਤਾਬ ਬੱਚੇ ਨੂੰ ਤੁਸੀਂ ਪ੍ਰੋਵਾਈਡ ਕਰਾਓ, ਉਹ ਉਸ ਨੂੰ ਪੜ੍ਹੇ। ਅਤੇ ਇੱਕ ਮੈਂ ਇਹ ਵੀ ਕਹਿੰਦਾ ਕਿ ਸਟੈਂਡਰਡ ਹੋਣਾ ਚਾਹੀਦਾ ਕਿ ਕਿਸ ਲੈਵਲ 'ਤੇ ਬੱਚੇ ਨੂੰ ਕੀ ਦੇਣਾ ਆਪਾਂ। ਠੀਕ ਹੈ ਨਾ, ਬਿਲਕੁਲ ਮਤਲਬ ਜਿਵੇਂ ਸਵੈ ਜੀਵਨੀ ਹੈ, ਠੀਕ ਹੈ, ਜਾਂ ਜੀਵਨੀ ਹੈ, ਉਹਨਾਂ ਦਾ ਬੱਚੇ ਦੇ ਮਨ 'ਤੇ ਕਦੋਂ ਅਸਰ ਹੁੰਦਾ ਹੈ? ਸਕੂਲਿੰਗ ਦੇ ਸਮੇਂ। ਠੀਕ ਹੈ, ਉਸ ਤੋਂ ਬਾਅਦ ਜਦੋਂ ਆਪਾਂ ਕਾਲਜ ਲਾਈਫ ਨੂੰ ਜਾਂਦੇ ਹਾਂ, ਯੂਨੀਵਰਸਿਟੀ ਜਾਂਦੇ ਹਾਂ, ਉਦੋਂ ਥੋੜ੍ਹੇ ਜਿਹਾ ਆਪਾਂ ਹਟ ਜਾਂਦੇ ਹਾਂ ਉੱਥੋਂ, ਉਦੋਂ ਬਾਅਦ ਅਗਲੀ ਵਿਧਾ 'ਚ ਜਾਂਦੇ ਹਾਂ। ਇਸ ਕਰਕੇ ਮਤਲਬ ਕਿ ਜਿਹੜੇ ਸਾਡੇ ਲਾਇਬ੍ਰੇਰੀ ਦੇ ਵਿੱਚ ਵੀ ਇਹਦਾ ਬਣਾਇਆ ਜਾਂਦਾ ਹੈਗਾ, ਰੂਪ ਰੇਖਾ ਤਿਆਰ ਕੀਤੀ ਜਾਂਦੀ ਹੈ, ਤਾਂ ਉਹ ਇਸ ਢੰਗ ਨਾਲ ਹੋਵੇ ਕਿ ਉਹਨਾਂ ਦੇ ਲੈਵਲ ਦੇ ਮੁਤਾਬਕ ਉਹਨਾਂ ਨੂੰ ਕਿਤਾਬਾਂ ਪ੍ਰੋਵਾਈਡ ਕਰਾਈਆਂ ਜਾਣ। ਠੀਕ ਹੈ, ਹੁਣ ਇੰਨੀ ਕੁ ਸੋਝੀ ਤਾਂ ਬੱਚਿਆਂ ਨੂੰ ਆ ਗਈ ਹੈ ਕਿ ਇੱਕ ਸੀ ਚਿੜੀ ਇੱਕ ਸੀ ਕਾਂ, ਉਹ ਗੱਲਾਂ ਤੋਂ ਥੋੜ੍ਹੇ ਜਿਹੇ ਬੱਚੇ ਹਟ ਰਹੇ ਹੈਗੇ। ਕਾਰਨ ਕੀ ਹੈ ਕਿ ਸਾਡੇ ਜਿਹੜੇ ਟੀਵੀ ਕਲਚਰ ਨੇ ਜਾਂ ਮੋਬਾਇਲ ਕਲਚਰ ਨੇ, ਉਹਨਾਂ ਨੂੰ ਮਤਲਬ ਕਿ ਨਵੀਆਂ ਤੋਂ ਨਵੀਆਂ ਚੀਜ਼ਾਂ ਪ੍ਰੋਵਾਈਡ ਕਰਾਤੀਆਂ। ਅਤੇ ਇਸ ਕਰਕੇ ਥੋੜ੍ਹਾ ਜਿਹਾ ਇੱਕ ਜਿਹੜਾ ਡੈਕੋਰਮ ਬਣਾਉਣਾ ਚਾਹੀਦਾ ਕਿ ਵੀ ਕਿਸ ਲੈਵਲ 'ਤੇ ਕੀ ਪੜ੍ਹਾਉਣਾ ਆਪਾਂ, ਅੱਗੇ ਕੀ ਪੜ੍ਹਾਉਣਾ ਹੈਗਾ। ਠੀਕ ਹੈ, ਹੁਣ ਕਿਤਾਬਾਂ ਜਿਹੜੀਆਂ ਸਕੂਲੀ ਲੈਵਲ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਉਹ ਲਗਭਗ ਕਈ ਸਾਲਾਂ
ਤੋਂ ਉਹੀ ਰਿਪੀਟ ਹੋ ਰਹੀਆਂ। ਪੰਜਾਬੀ ਦੇ ਵਿੱਚ ਇੰਨਾ ਸਾਹਿਤ ਪਿਆ, ਜੇਕਰ ਆਪਾਂ ਤੀਜੇ ਚੌਥੇ ਸਾਲ ਵੀ ਕਿਤਾਬ ਬਦਲ ਦਈਏ, ਕਿਤਾਬਾਂ ਦਾ ਗੌਰਮੈਂਟ ਨਹੀਂ ਦੇਣੀਆਂ, ਕਿਤਾਬਾਂ ਸਰਕਾਰ ਨਹੀਂ ਦੇਣੀਆਂ, ਠੀਕ ਹੈ। ਤਾਂ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਜਿਹੜੇ ਆਪਣੇ 10-20 ਜਾਣੇ ਗਿਣੇ ਚੁਣੇ ਹੈਗੇ ਹੈ ਉਹਨਾਂ ਨੂੰ ਹੀ ਪੜ੍ਹਾਇਆ ਜਾਵੇ। ਨਵਿਆਂ ਜਿਹੜੀ ਕੋਈ ਨਵੀਂ ਚੀਜ਼ ਆਉਂਦੀ ਹੈ ਉਹਨੂੰ ਵੀ ਮਤਲਬ ਕਿ ਪੜ੍ਹਾਇਆ ਜਾਵੇ। ਉਹ ਵੀ ਸੋਚ ਹੈ। ਉੱਥੇ ਅਸੀਂ ਉੱਥੇ ਹੀ ਤੁਰੇ ਫਿਰਦੇ ਆਂਗੇ, ਹਜੇ ਉੱਥੇ ਦੇ ਉੱਥੇ ਖੜੇ ਆਂਗੇ। ਤਾਂ ਇਹ ਇੱਕ ਜਿਹੜਾ ਅਧਿਆਪਕ ਵਰਗ ਹੈਗਾ ਉਹਦੀ ਬੜੀ ਵੱਡੀ ਇੱਕ ਜੇ ਕਹੀਏ ਵੀ ਡਿਊਟੀ ਬਣਦੀ ਹੈਗੀ, ਅਤੇ ਉਹ ਕਿਤਾਬਾਂ ਦੇ ਨਾਲ ਸਾਂਝ ਪਵਾਵੇ, ਠੀਕ ਹੈ। ਬਹੁਤ ਵਧੀਆ ਉਪਰਾਲਾ ਹੈਗਾ ਪੰਜਾਬ ਗੌਰਮੈਂਟ ਦਾ ਕਿ ਲਾਇਬ੍ਰੇਰੀਆਂ ਦੇ ਵਿੱਚ ਬੇਸ਼ੁਮਾਰ ਕਿਤਾਬਾਂ ਹੈਗੀਆਂ। ਪਿੱਛੇ ਜਿਹੇ ਕਿਤਾਬਾਂ ਦਾ ਮੈਂ ਸ਼ਬਦ ਜਿਹੜਾ ਉਹਨਾਂ ਨੇ ਵਰਤੇ ਲੰਗਰ, ਉਹ ਤਾਂ ਨਹੀਂ ਮੈਂ ਵਰਤੂੰਗਾ, ਜਿਹੜੇ ਕਿਤਾਬਾਂ ਦੇ ਭੰਡਾਰ ਲਾਏ ਉਹਨਾਂ ਨੇ, ਖਜ਼ਾਨੇ ਵੰਡੇ, ਠੀਕ ਹੈ। ਲੰਗਰ ਸ਼ਬਦ ਤਾਂ ਖੈਰ ਮੈਨੂੰ ਠੀਕ ਨਹੀਂ ਲੱਗਦਾ। ਤਾਂ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਦੇ ਰਿਸਪੌਂਸ ਆ ਰਹੇ ਹੈ, ਅਸੀਂ ਸਕੂਲਾਂ 'ਚ ਦੇਖਦੇ ਹਾਂ ਵੀ ਆਹ ਕਿਤਾਬ ਸਾਨੂੰ ਅੱਛੀ ਲੱਗੀ, ਸਾਨੂੰ ਹੋਰ ਦਿਓ ਕਿਤਾਬ। ਬਹੁਤ ਸੋਹਣੀ ਗੱਲਬਾਤ ਮਹਿਤਾ ਸਾਹਿਬ। ਜਿਹੜੀ ਨੌਜਵਾਨ ਪੀੜ੍ਹੀ ਹੈ, ਸਾਡੇ ਬੁੱਧੀਜੀਵੀ, ਸਾਹਿਤਕਾਰ, ਸਮਾਜ ਸੇਵੀ ਇਸ ਗੱਲ ਤੋਂ ਬੜੇ ਚਿੰਤਤ ਨੇ ਕਿ ਅਸੀਂ ਸਾਹਿਤ ਨਾਲੋਂ ਵੀ ਟੁੱਟਦੇ ਜਾ ਰਹੇ ਸਾਡੀ ਨੌਜਵਾਨ ਪੀੜ੍ਹੀ, ਅਤੇ ਫੈਸ਼ਨ ਪ੍ਰਸਤੀ ਵੱਲ ਵੀ ਜਾ ਰਹੀ ਹੈ ਕਿ ਇਹ ਬੜੇ ਦੁਖਾਂਤਕ ਪੱਖ ਨੇ ਸਾਡੇ। ਤੁਸੀਂ ਕੀ ਮੰਨਦੇ ਹੋ, ਜਿਹੜੇ ਸਕੂਲਾਂ 'ਚ ਕਿਹੋ ਜਿਹੇ ਪ੍ਰਬੰਧ ਹੋਣੇ ਚਾਹੀਦੇ ਆ, ਪਿੰਡਾਂ 'ਚ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨੂੰ ਵਾਪਸ ਮੋੜ ਕੇ ਕਿਵੇਂ ਲਿਆਂਦਾ ਜਾ ਸਕਦਾ, ਕੀ ਪ੍ਰਬੰਧ ਕਰੀਏ, ਕੀ ਉਪਰਾਲੇ ਕਰੀਏ? ਸਾਡੇ ਸਮਾਜ ਸੇਵੀ ਸੰਸਥਾਵਾਂ, ਸਾਹਿਤਕਾਰ ਹੈ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਜਿਹੜੀ ਨੌਜਵਾਨ ਪੀੜ੍ਹੀ ਹੈ, ਵੈਸੇ ਮੈਂ ਹੁਣ ਸਮਝਦਾ ਕਿ ਅਸੀਂ ਜਿਹੜਾ ਇੱਕ ਵਿਸ਼ਵਾਸ, ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਅਸੀਂ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲਈਏ, ਅਤੇ ਵਿਸ਼ਵਾਸ ਦੇ ਵਿੱਚ ਲੈ ਕੇ ਹੀ ਉਹਨਾਂ ਨੂੰ ਇੱਕ ਮੈਂ ਕਹਿੰਦਾ ਦ੍ਰਿਸ਼ਟੀਕੋਣ ਬਣਾਓ ਉਹਦਾ ਕਿ ਵੀ ਚੰਗਾ ਮਾੜਾ ਕੀ ਹੈ, ਦੋਨਾਂ 'ਚ ਡਿਫਰੈਂਸ ਕੀ ਕਰਨਾ ਆਪਾਂ, ਠੀਕ ਹੈ। ਬੱਚੇ ਦੇ ਮਗਰ ਨਹੀਂ ਜਾ ਸਕਦੇ ਅਸੀਂ, ਬੱਚੇ ਦੇ ਮਗਰ ਅਸੀਂ ਜਾਂਦੇ 4ਵੀਂ-5ਵੀਂ ਤੱਕ ਉਹਨੂੰ ਛੱਡਣ 'ਤੇ ਲੈ ਕੇ ਆਉਣੇ ਆ। ਉਸ ਤੋਂ ਬਾਅਦ ਬੱਚੇ ਨੇ ਵੱਡਾ ਹੋ ਜਾਣਾ, ਯੂਨੀਵਰਸਿਟੀ ਜਾਣਾ, ਕੁੜੀਆਂ ਨੇ ਵੀ ਪੜ੍ਹਨਾ, ਠੀਕ ਹੈ। ਹੁਣ ਕੁੜੀਆਂ ਨੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨਾ ਜਾ ਕੇ, ਤਾਂ ਉੱਥੇ ਦੇ ਮਾਹੌਲ ਹਰੇਕ ਤਰ੍ਹਾਂ ਦੇ ਮਿਲਣਗੇ, ਮਾੜੇ ਤੋਂ ਮਾੜਾ ਬੱਚਾ ਵੀ ਮਿਲੂਗਾ ਅਤੇ ਚੰਗੇ ਤੋਂ ਚੰਗਾ ਵੀ ਮਿਲੂਗਾ, ਠੀਕ ਹੈ। ਹੁਣ ਜੇਕਰ ਮਤਲਬ ਕਿ ਆਪਾਂ ਇਕੱਲੇ ਮਾੜਿਆਂ ਦੇ ਵਿਆਖਾਣ ਕਰਕੇ ਜਿਹੜੇ ਅੱਛੇ ਬੱਚੇ ਹੈ ਉਹਨਾਂ ਨੂੰ ਘਰੇ ਬਿਠਾ ਲਈਏ ਜਾਂ ਕੁੜੀ ਨੂੰ ਘਰੇ ਬਿਠਾ ਲਈਏ, ਇਹ ਵੀ ਮਾੜੀ ਗੱਲ ਹੈਗੀ, ਠੀਕ ਹੈ। ਇਸ ਕਰਕੇ ਦੇਖੋ ਇਹਨਾਂ 'ਤੇ ਵਿਸ਼ਵਾਸ ਕਰਨਾ ਪਊਗਾ ਬੱਚਿਆਂ ਨੂੰ, ਤੁਹਾਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਲੈਣਾ ਪਊਗਾ। ਅਤੇ ਬੱਚੇ ਇੰਨੇ ਕੁ ਵਧੀਆ ਹੈਗੇ ਹੈ, ਉਹਨਾਂ ਦਾ IQ ਬਹੁਤ ਹੈਗਾ ਕਿ ਉਹ ਜਿਹੜੇ ਹੈਗੇ ਚੰਗੇ ਮਾੜੇ ਦੀ ਪਰਖ ਕਰਨਗੇ। ਹੁਣ ਪੰਜਾਬ ਦੇ ਵਿੱਚ ਜੇ ਕਹੀਏ ਕਿ ਉਨੀ ਉਹ ਨਹੀਂ ਰਹੀ, ਹੁਣ ਬਹੁਤ ਜਾਗਰੂਕ ਹੋ ਗਏ ਬੱਚੇ, ਠੀਕ ਹੈ। ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਦੇਖੋ ਜਾਂ ਬਾਹਰਲੇ ਸਟੇਟਸ ਦੇ ਵਿੱਚ ਦੇਖੋ, ਬੱਚੇ ਉੱਥੇ ਮੰਨ ਕੇ ਆਪਦੀ ਬੁੱਧੀ 'ਤੇ ਜਿਹੜਾ ਹੈਗਾ ਹਰੇਕ ਚੀਜ਼ ਨੂੰ ਹੋਲਡ ਕਰ ਰਹੇ ਹੈਗੇ, ਪ੍ਰਾਪਤੀਆਂ ਕਰ ਰਹੇ ਹੈਗੇ ਉਹ, ਠੀਕ ਹੈ। ਇਸ ਕਰਕੇ ਜਿਹੜੇ ਸ਼ੁਰੂਆਤੀ ਜਿਹੜੀ ਨੀਂਹ ਪੱਥਰ ਹੈ, ਨੀਂਹ ਜਿਹੜੀ ਹੈਗੀ ਹੈ ਉਹ ਪੂਰੇ ਪਰਿਵਾਰ ਨੇ। ਦੇਖੋ ਇੱਕ ਤਾਂ ਇਹ ਹੈ ਵੀ ਜਿਹੜਾ ਅੱਗੇ ਸਾਂਝੇ ਪਰਿਵਾਰ ਹੁੰਦੇ ਸੀਗੇ, ਉਹ ਟੁੱਟਣ ਦੇ ਕਾਰਨ ਵੀ ਬੱਚਿਆਂ ਦੀ ਪਰਵਰਿਸ਼ ਹੋਈ ਜੀ ਨਹੀਂ ਹੋ ਰਹੀ। ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਅੱਜ ਕੱਲ੍ਹ ਦੇ ਬੱਚਿਆਂ ਦੇ 2 ਪਿਓ ਹੈ, ਮਾਂ ਤਾਂ ਹੈ ਨਹੀਂ, ਕਿਉਂਕਿ ਦੋਨੇ ਜਣੇ ਘਰੋਂ ਬਾਹਰ ਹੈ, ਦੋਨੇ ਕਮਾ ਕੇ ਲੈ ਕੇ ਆਉਂਦੇ ਹੈ, ਠੀਕ ਹੈ। ਅਤੇ ਮਾਂ ਦਾ ਜਿਹੜਾ ਕਰਤੱਵ ਹੈਗਾ ਉਹ ਵੀ ਘਟਦਾ ਜਾ ਰਿਹਾ ਹੈਗਾ। ਮਾਂ ਤੋਂ ਉਹ ਕੁਛ ਨਹੀਂ ਕਰ ਸਕਦੀ ਵਿਚਾਰੀ, ਜਿਹਨੇ ਸਵੇਰੇ ਉੱਠ ਕੇ ਆਪਦੀ ਨੌਕਰੀ 'ਤੇ ਵੀ ਜਾਣਾ, ਟਿਫਨ ਵੀ ਤਿਆਰ ਕਰਕੇ ਦੇਣੇ ਆ, ਬੱਚੇ ਵੀ ਤਿਆਰ ਕਰਕੇ ਭੇਜਣੇ ਹੈਗੇ, ਠੀਕ ਹੈ। ਤਾਂ ਮਾਂ ਦਾ ਜਿਹੜਾ ਦਰਜਾ ਸੀਗਾ ਜਾਂ ਮਾਂ ਦਾ ਜੋ ਫਰਜ਼ ਸੀਗਾ ਉਹ ਥੋੜ੍ਹਾ ਜਿਹਾ ਘਟਦਾ ਜਾ ਰਿਹਾ, ਇਹ ਵੀ ਇੱਕ ਵੱਡਾ ਕਾਰਨ ਹੈ। ਅਤੇ ਜਿਹੜੇ ਖਾਸ ਕਰਕੇ ਮੈਂ ਕਹਿੰਦਾ ਜਿਹੜੇ ਬਜ਼ੁਰਗਾਂ ਤੋਂ ਪੀੜ੍ਹੀ ਦੂਰ ਹੁੰਦੀ ਜਾ ਰਹੀ ਹੈ, ਠੀਕ ਹੈ, ਉਹਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ, ਠੀਕ ਹੈ। ਉਹਨਾਂ ਦੀ ਸੋਚ ਹੀ ਨਹੀਂ ਮੰਨਦੀ ਬੱਚਿਆਂ ਦੀ, ਉਹਨਾਂ ਨੂੰ ਪਤਾ ਨਹੀਂ ਸਮਾਜ ਕੀ ਹੈ, ਕਿਵੇਂ ਵਿਚਰਨਾ, ਉਹ ਉਦੋਂ ਪਤਾ ਲੱਗੂ ਜਦੋਂ ਬਜ਼ੁਰਗਾਂ ਦੇ ਕੋਲੇ ਬੈਠਣਗੇ, ਉਹਨਾਂ ਦੇ ਤਜਰਬੇ ਸੁਣਨਗੇ, ਠੀਕ ਹੈ। ਤਾਂ ਬੱਚਿਆਂ ਨੂੰ ਚਾਹੀਦਾ ਜਾਂ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਅੱਧਾ ਘੰਟਾ ਲਾਉਣ, ਠੀਕ ਹੈ। ਅਤੇ ਥੋੜ੍ਹਾ ਜਿਹਾ ਮੋਬਾਈਲ ਤੋਂ ਹਟ ਕੇ ਅਤੇ TV ਤੋਂ ਹਟ ਕੇ ਪਰਿਵਾਰ ਦੇ ਵਿੱਚ ਜਿਵੇਂ ਪਹਿਲਾਂ ਹੁੰਦਾ ਸੀ, ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ, ਬਾਤਾਂ ਸੁਣਾਉਂਦੇ, ਠੀਕ ਹੈ, ਆਪਦੇ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾਉਂਦੇ, ਤਾਂ ਉਹਦੇ ਵਿੱਚ ਮੰਨ ਕੇ ਜ਼ਿੰਦਗੀ ਹੀ ਇੱਕ ਤਜਰਬਾ ਸਾਰੀ ਉਮਰ ਉਸ ਤਜਰਬੇ ਪੈਦਾ ਹੋਣੇ ਹੈਗੇ, ਠੀਕ ਹੈ। ਜਿਹੜਾ ਇੱਕ ਕਾਮਯਾਬ ਕੋਈ ਦੁਕਾਨਦਾਰ ਹੈਗਾ ਉਹ ਆਪਦੇ ਬੱਚੇ ਨੂੰ ਜੋ ਸ਼ੁਰੂ ਤੋਂ ਹੀ ਉਹਦੇ ਗੁਣ ਦੇ ਦੂਗਾ ਤਾਂ ਬੇਟਾ ਵੀ ਉਹ ਸਕਸੈਸ ਹੋ ਜਾਵੇਗਾ। ਮਹਿਤਾ ਸਾਹਿਬ, ਮਿੰਨੀ ਕਹਾਣੀ, ਕਵਿਤਾ, ਗਜ਼ਲ ਦੇ ਵਿੱਚ ਮੈਂ ਸ਼ਬਦਾਂ 'ਚ ਨਹੀਂ ਕਹਿ ਸਕਦਾ ਜਿੰਨਾ ਕੁ ਵੱਡਾ ਤੁਹਾਡਾ ਨਾਂ, ਬਹੁਤ ਵੱਡਾ ਨਾਂ, ਇਹਦੇ ਵਿੱਚ ਕੋਈ
ਆਤਕਥਨੀ ਨਹੀਂ ਗੀ। ਤੁਸੀਂ ਗਜ਼ਲ ਕਵਿਤਾ ਦੀ ਜਾਂ ਮਿੰਨੀ ਕਹਾਣੀ ਦੀ ਬਹੁਤ ਵੱਡਾ ਤੁਹਾਡਾ ਨਾਂ, ਅਸੀਂ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਾਂ। ਤੁਸੀਂ ਕਿਤਾਬ ਛਪਵਾਉਣ ਵੱਲ ਕਿਉਂ ਨਹੀਂ ਵਧੇ ਕਦੇ? ਕਵਿਤਾ ਗਜ਼ਲ ਦੀ, ਮਿੰਨੀ ਕਹਾਣੀ ਦੀ ਕੀ ਰੀਜ਼ਨ, ਕੀ ਲੱਗਦਾ ਤੁਹਾਡੇ, ਕੀ ਮਨ 'ਚ ਚੱਲ ਰਹੀ ਹੈ? ਸਹੀ ਦੱਸਿਓ। ਤੁਹਾਨੂੰ ਬਹੁਤ ਜਿੰਨੇ ਕੁ ਲੇਖਕ ਹਲਕੇ ਦੇ ਵਿੱਚ ਵੱਡੇ ਲੇਖਕ ਹੈ ਇਲਾਕੇ 'ਚ, ਭੁਪਿੰਦਰ ਮਾਨ ਜੀ, ਹੋਰ ਸਾਰੇ, ਸੁਖਦੇਵ ਮਾਨ ਸਾਹਿਬ, ਅਤੇ ਕਾਫੀ ਅਸੀਂ, ਮੈਂ ਖੁਦ ਵੀ ਸਾਰਿਆਂ ਨੇ ਕਿਹਾ ਕਿ ਮਿੰਨੀ ਕਹਾਣੀ ਅਤੇ ਗਜ਼ਲ ਕਵਿਤਾ 'ਚ ਬਹੁਤ ਸੋਹਣਾ ਹੱਥ ਹੈ ਤੁਹਾਡਾ, ਤੁਹਾਨੂੰ ਜ਼ਰੂਰ ਕਰਾਉਣੀ ਚਾਹੀਦੀ ਹੈ। ਵੱਡੇ ਅਖਬਾਰਾਂ 'ਚ, ਮੈਗਜ਼ੀਨਾਂ 'ਚ, ਰਸਾਲਿਆਂ 'ਚ ਤੁਸੀਂ ਬਚੇ ਹੀ ਨਹੀਂ ਕੋਈ, ਜਿਹ 'ਚ ਛਪਣ ਨੂੰ ਰਹਿ ਗਏ। ਅਤੇ ਕੀ ਕਰ ਰਿਹਾ ਹੋ ਜਾਂ ਕੀ ਚੱਲ ਰਿਹਾ ਤੁਹਾਡੇ ਮਨ? ਸਹੀ ਦੱਸੋ। ਹਾਂ, ਬਸ ਇਹ ਮੇਰੀ ਥੋੜ੍ਹੀ ਜਿਹੀ ਲਾ ਲਓ ਕਿ ਥੋੜ੍ਹਾ ਭੱਜ ਨੱਠ ਤੋਂ ਮੈਂ ਗੁਰੇਜ਼ ਕਰ ਜਾਂਦਾ, ਉਹ ਇਸ ਕਰਕੇ ਲੱਗਦਾ ਹੈਗਾ ਕਿ ਵੀ। ਫਿਰ ਦੂਸਰੀ ਗੱਲ ਇਹ ਹੈਗੀ ਹੈ, ਮੈਂ ਜਦੋਂ ਕੁਛ ਲਿਖ ਲਿਆ, ਆਪਣੇ ਆਪ ਨੂੰ ਸੁਣਾ ਲਿਆ, ਆਪਣੇ ਆਪ ਨਾਲ ਰੂਬਰੂ ਕਰ ਲਿਆ, ਅਤੇ ਜਾਂ ਵੱਧ ਤੋਂ ਵੱਧ ਪਰਿਵਾਰ ਦੇ ਵਿੱਚ ਗੱਲ ਕਰ ਲਈ, ਪਤਾ ਨਹੀਂ ਕਿਉਂ ਉੱਥੇ ਜੇ ਮੈਨੂੰ ਸੰਤੁਸ਼ਟੀ ਆ ਜਾਂਦੀ, ਬਸ ਠੀਕ ਹੈ, ਓਕੇ ਹੈ, ਠੀਕ ਹੈ। ਅਤੇ ਪਹਿਲਾਂ ਵੀ ਬਹੁਤ ਵਾਰ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਕਿਤਾਬ ਰੂਪ ਲੈ ਕੇ ਆਈਏ, ਅਤੇ ਚਲੋ ਮਨ ਬਣਾਵਾਂਗੇ ਬਿਲਕੁਲ, ਮਤਲਬ ਕਿ ਜਦੋਂ ਕਿਤੇ ਫੇਰ ਆਪਾਂ ਮਿਲਾਂਗੇ ਤਾਂ ਪ੍ਰਮਾਤਮਾ ਕਰੇ ਕਿ ਆਪਾਂ ਕਿਤਾਬਾਂ ਹੱਥ 'ਚ ਲੈ ਕੇ ਮਿਲੀਏ। ਠੀਕ। ਅਤੇ ਮੈਂ ਤਾਂ ਸਭ ਸਾਡੇ ਦਰਸ਼ਕਾਂ ਨਾਲ, ਸਾਡੇ ਸਰੋਤਿਆਂ ਨਾਲ ਕੋਈ ਕਵਿਤਾ, ਕੋਈ ਗਜ਼ਲ ਜ਼ਰੂਰ ਸਾਂਝੀ ਕਰੋ, ਤਾਂ ਜੋ ਜਿਹੜੇ ਸਾਡੇ ਸਰੋਤੇ ਹੈ ਬੜੇ ਉਤਸੁਕ ਹੋਏ ਬੈਠੇ ਕਿ ਤੁਹਾਡੇ ਤੋਂ ਕੋਈ ਗਜ਼ਲ ਕਵਿਤਾ ਜਿਹੜੀ ਉਹ ਸੁਣੀ ਜਾਵੇ। ਕਿਉਂਕਿ ਅਕਸਰ ਹੀ ਅਖਬਾਰਾਂ 'ਚ ਤੁਹਾਨੂੰ ਦੇਖਿਆ, ਦੂਰਦਰਸ਼ਨ ਜਲੰਧਰ 'ਤੇ ਵੀ ਤੁਹਾਡੇ ਕਈ ਜਿਹੜੇ ਪ੍ਰੋਗਰਾਮ ਚੱਲਦੇ ਰਹੇ, ਉਹਨਾਂ 'ਚ ਵੀ ਤੁਸੀਂ ਆਪਣੀਆਂ ਇੰਨੀਆਂ ਰਚਨਾਵਾਂ ਹੈਗੀਆਂ ਉਹ ਬੋਲਦੇ ਰਹੇ ਹੋ। ਕੋਈ ਸੋਹਣੀ ਜਿਹੀ ਰਚਨਾ ਸਾਡੇ ਜਿਹੜੇ ਸਰੋਤੇ ਆ ਉਹਨਾਂ ਨਾਲ ਜ਼ਰੂਰ ਰੂਬਰੂ ਕਰੋ ਜੀ। ਮੈਂ ਆਪਣੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ, ਵਸਲ। ਉਡੀਕਾਂ ਦਾ ਬਾਅਦ ਮੁੱਦਤ ਮਾਤਮ ਹੋਇਆ ਹੈ, ਦਿਲ ਨੇ ਬਰੂਹੀ ਵਸਲ ਤੇਲ ਚੋਇਆ ਹੈ। ਤਾਂਗ ਮੇਲ ਦੀ ਬਿਰਲਾਪ ਕਰ ਸੀ ਸੌਂ ਗਈ, ਤਾਂਗ ਮੇਲ ਦੀ ਬਿਰਲਾਪ ਕਰ ਸੀ ਸੌਂ ਗਈ, ਤ੍ਰਿਬਕੇ ਜਿੰਦ ਜਦ ਵੀ ਕੋਈ ਖੜਾਕ ਹੋਇਆ ਹੈ। ਮੇਲ ਹੋਵੇਗਾ ਕਿਸੇ ਨਾ ਕਿਸੇ ਜਨਮ ਸੀ ਯਕੀਨ, ਮੇਲ ਹੋਵੇਗਾ ਕਿਸੇ ਨਾ ਕਿਸੇ ਜਨਮ ਸੀ ਯਕੀਨ, ਐ ਪਰ ਇਸੇ ਜਨਮ ਵਾਹ ਕੀ ਖੇਲ ਹੋਇਆ ਹੈ। ਕੀ ਦੱਸਾਂ ਸੋਹਣੇ ਦਿਲਵਰ ਦੇ ਮੈਂ ਨੈਣ ਨਕਸ਼, ਕੀ ਦੱਸਾਂ ਸੋਹਣੇ ਦਿਲਵਰ ਦੇ ਮੈਂ ਨੈਣ ਨਕਸ਼, ਆਪਾ ਹੀ ਭੁੱਲ ਬੈਠਾ ਜਦ ਤੋਂ ਮੇਲ ਹੋਇਆ ਹੈ। ਕਹਿੰਦੇ ਜਦੋਂ ਹੀਰ ਨੂੰ ਜਾਂ ਰਾਂਝੇ ਨੂੰ ਪੁੱਛਿਆ ਗਿਆ ਕਿ ਵੀ ਤੈਨੂੰ ਹੀਰ ਕਿਹੋ ਜਿਹੀ ਲੱਗਦੀ ਹੈ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਉਹ ਜਿਵੇਂ ਕਹਿੰਦੇ ਵੀ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ। ਤਾਂ ਇਹ ਮੇਰਾ ਜਿਹੜਾ ਵਿਚਾਰ ਹੈ, ਕੀ ਦੱਸਾਂ ਸੋਹਣੇ ਦਿਲਵਰ ਦੇ ਮੈਂ ਨੈਣ ਨਕਸ਼, ਆਪਾ ਹੀ ਭੁੱਲ ਬੈਠਾ ਜਦ ਤੋਂ ਮੇਲ ਹੋਇਆ ਹੈ। ਅੱਖਰ ਅੱਖਰ ਸ਼ਬਦ ਬਣੇ, ਸ਼ਬਦ ਬਣ ਗਏ ਗੀਤ, ਅੱਖਰ ਅੱਖਰ ਸ਼ਬਦ ਬਣੇ, ਸ਼ਬਦ ਬਣ ਗਏ ਗੀਤ, ਜਦ ਤੋਂ ਮਹਿਬੂਬ ਮੇਰੀ ਕਲਮ ਨੂੰ ਛੋਇਆ ਹੈ। ਉਡੀਕਾਂ ਦਾ ਬਾਅਦ ਮੁੱਦਤ ਮਾਤਮ ਹੋਇਆ ਹੈ, ਦਿਲ ਨੇ ਬਰੂਹੀ ਵਸਲ ਤੇਲ ਚੋਇਆ ਹੈ। ਕਿਆ ਬਾਤ ਹੈ ਜੀ, ਬਹੁਤ ਖੂਬ ਰਚਨਾ। ਮੇਰੇ ਖਿਆਲ ਹੈ ਹੁਣ ਤਾਂ ਸਾਡੀ ਚੜ੍ਹਦੀ ਕਲਾ ਮਾਲਵਾ ਨਿਊਜ਼ ਦੀ ਮੈਨੇਜਮੈਂਟ ਵੀ ਇਹੀ ਕਹੂ ਵੀ ਕਿਤਾਬ ਜਲਦੀ ਲਿਆਓ, ਅਸੀਂ ਕਿਤਾਬ ਤੁਹਾਡੀ ਦੇ ਦਰਸ਼ਨ ਕਰੀਏ ਅਤੇ ਰੂਬਰੂ ਕਰੋ ਸਾਰਿਆਂ ਦੇ ਕਿਤਾਬ ਤੁਸੀਂ। ਸੋ ਬਹੁਤ ਸੋਹਣੀਆਂ ਰਚਨਾਵਾਂ ਤੁਹਾਡੀਆਂ। ਅਤੇ ਕੋਈ ਮਿੰਨੀ ਕਹਾਣੀ ਤੁਹਾਡੇ ਕੋਲ ਹੈ ਇੱਥੇ? ਹਾਂ, ਸਾਡੇ ਜਿਹੜੇ ਸਰੋਤੇ ਹੈ ਉਹ ਚਾਹੁੰਦੇ ਹੋਣਗੇ ਕਿ ਕੋਈ ਤੁਹਾਡੀ ਜਿਹੜੀ ਮਿੰਨੀ ਕਹਾਣੀ ਹੈ ਉਹ ਵੀ ਉਹਨਾਂ ਦੇ ਆਪਾਂ ਰੂਬਰੂ ਕਰ ਦਈਏ, ਕਿਉਂਕਿ ਸਾਰੇ ਜਾਣਦੇ ਨੇ ਪਰ ਕਈ ਸਰੋਤੇ ਐਸੇ ਨੇ ਜਿਹੜੇ ਇਸ ਪ੍ਰੋਗਰਾਮ ਨੂੰ ਪਹਿਲੀ ਦਫਾ ਦੇਖ ਰਹੇ ਹੋਣਗੇ। ਸੋ ਮਿੰਨੀ ਕਹਾਣੀ ਜ਼ਰੂਰ ਸਾਡੇ ਸਰੋਤਿਆਂ ਦੇ ਰੂਬਰੂ ਕਰੋ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਆਲੇ ਦੁਆਲੇ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਲੇਖਕ ਬਣਨ ਦੇ ਉੱਤੇ ਪ੍ਰਭਾਵ ਪੈਣਾ ਜ਼ਰੂਰੀ ਹੁੰਦਾ ਹੈਗਾ, ਤਾਂ ਉਸੇ ਨੂੰ ਅਸੀਂ ਕਲਮਬੱਧ ਕਰਦੇ ਹਾਂਗੇ। ਉਹ ਕਵਿਤਾ ਰੂਪ ਹੋ ਸਕਦਾ, ਕਹਾਣੀ ਰੂਪ ਹੋ ਸਕਦਾ, ਮਿੰਨੀ ਕਹਾਣੀ ਰੂਪ ਹੋ ਸਕਦਾ ਹੈਗਾ। ਤਾਂ ਜਿਸ ਤਰ੍ਹਾਂ ਕਿ ਆਪਣਾ ਪਿੱਛੇ ਲੋਕਡਾਊਨ ਹੋਇਆ ਅਤੇ ਉਹਦੇ ਵਿੱਚ ਕੀ ਕੁਝ ਹੋਇਆ, ਉਸ ਵਾਸਤੇ ਮੈਂ ਇੱਕ ਛੋਟੀ ਜਿਹੀ ਮਿੰਨੀ ਕਹਾਣੀ ਦਾ ਜਿਹੜਾ ਹੈਗਾ ਰਚਨਾ ਕੀਤੀ, ਤੁਹਾਡੇ ਰੂਬਰੂ ਹੈ। ਭਵਿੱਖ ਦੀ ਸੋਚ। ਕਰੋਨਾ ਦੌਰਾਨ ਪੇਟ ਭਰਨ ਹਿੱਤ ਚੁੱਕਿਆ ਕਰਜ਼ ਉਤਾਰਨ ਲਈ ਵਿਤੋਂ ਵੱਧ ਫੜੇ ਘਰਾਂ ਦਾ ਕੰਮ ਨਿਪਟਾ, ਥੱਕੀ ਟੁੱਟੀ ਉਹ ਜਿਉਂ ਹੀ ਘਰ ਪਹੁੰਚੀ, ਛੁੱਟੀ ਤੋਂ ਪਹਿਲਾਂ ਹੀ ਆਪਣੀ ਘਰ ਬੈਠੀ 8ਵੀਂ ਵਿੱਚ ਪੜ੍ਹਦੀ ਬੇਟੀ ਨੂੰ ਉਦਾਸ ਦੇਖ ਉਹ ਇੱਕਦਮ ਘਬਰਾ ਗਈ। ਕੀ ਹੋ ਗਿਆ? ਛੁੱਟੀ ਤੋਂ ਪਹਿਲਾਂ ਹੀ ਸਭ ਠੀਕ ਹੈ, ਕਰੋਨਾ ਕਾਰਨ ਸਕੂਲ ਫੇਰ ਬੰਦ ਹੋ ਗਏ ਅਤੇ ਹੁਣ ਪੇਪਰ ਵੀ ਸ਼ਾਇਦ ਹੀ ਹੋਣ। ਜੇ ਪੇਪਰ ਨਾ ਹੋਏ
ਅੱਛਾ ਹੁਣ ਫੇਰ ਹੇ ਵਾਹਿਗੁਰੂ, ਕਰੋਨਾ ਦੇ ਬੀਤੇ ਕਾਲੇ ਦੌਰ ਨੇ ਮਾਂ ਦੀਆਂ ਆਂਦਰਾਂ ਨੂੰ ਨਿਚੋੜ ਦਿੱਤਾ। ਮਾਂ ਮੈਂ ਮੈਰਿਟ ਵਿੱਚ ਕਿਵੇਂ ਆਵਾਂਗੀ? ਦੇਖੋ ਦੋਨਾਂ ਦੀ ਸੋਚ। ਹਾਂ, ਮਾਂ ਮੈਂ ਮੈਰਿਟ ਵਿੱਚ ਕਿਵੇਂ ਆਵਾਂਗੀ? ਮੇਰਾ ਵਜ਼ੀਫਾ ਕਿਵੇਂ ਲੱਗੂ? ਮੇਰਾ ਵਜ਼ੀਫਾ ਕਿਵੇਂ ਲੱਗੂ? ਬੇਟੀ ਅਜੇ ਵੀ ਬੋਲੀ ਜਾ ਰਹੀ ਸੀ। ਉਹ ਬੇਟੀ ਨਾਲ ਚਿੰਬੜ ਕੇ ਆਪ ਵੀ ਹੁਬਕੀ ਰੋਣ ਲੱਗ ਪਈ। ਦੋਨਾਂ ਦੇ ਭਵਿੱਖ ਦੀ ਚਿੰਤਾ ਹੰਝੂ ਬਣ ਬਹਿ ਤੁਰੀ ਸੀ। ਬਹੁਤ ਮਹਿਤਾ ਸਾਹਿਬ, ਬਹੁਤ ਸੋਹਣੀਆਂ ਰਚਨਾਵਾਂ। ਸੋ ਇਸੇ ਗੱਲ ਉੱਤੇ ਆਪਾਂ ਸਵਾਲ ਕਰ ਲੈਂਦੇ ਮਹਿਤਾ ਸਾਹਿਬ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਬਹੁਤ ਅੱਛੇ ਤਰੀਕੇ ਨਾਲ, ਬਹੁਤ ਸੋਹਣੀ ਗੱਲ ਹੈ, ਚੰਗੇ ਮੈਸੇਜ ਕਨਵੇ ਕਰ ਰਹੇ ਹੋ ਕਿ ਟੀਚਰ ਹੋਣ ਦੇ ਨਾਤੇ। ਹੁਣ ਅਸੀਂ ਤੁਹਾਡੇ ਤੋਂ ਕੀ ਉਮੀਦ ਰੱਖੀਏ ਕਿ ਸਾਡੇ ਬਹੁਤ ਹੀ ਅਜ਼ੀਜ਼ ਪਿਆਰੇ ਪ੍ਰਦੀਪ ਮਹਿਤਾ ਜੀ ਵੀ ਕਵਿਤਾਵਾਂ ਗਜ਼ਲਾਂ ਦੀ ਕਿਤਾਬ ਪਹਿਲਾਂ ਦੇਣਗੇ ਕਿ ਮਿੰਨੀ ਕਹਾਣੀ ਦੀ, ਅਤੇ ਕਦੋਂ ਤੱਕ ਅਸੀਂ ਉਮੀਦ ਰੱਖੀਏ ਕਿ ਕਦੋਂ ਤੱਕ ਤੁਹਾਡੀ ਕਿਤਾਬ ਆ ਸਕਦੀ? ਦੇਖੋ ਜਿਹੜਾ ਫੱਕਰ ਲੇਖਕ ਜਿਹੜੇ ਹੁੰਦੇ ਹੈਗੇ ਉਹ ਸਮਾਂ ਨਹੀਂ ਮੰਨਦੇ ਹੁੰਦੇ, ਤੇ ਮੈਂ ਵੀ ਉਹਨਾਂ 'ਚੋਂ ਹੀ ਹਾਂ। ਸਹੀ ਗੱਲ ਹੈ ਜੀ। ਜ਼ਰੂਰ ਜਦੋਂ ਵੀ ਮਤਲਬ ਕਿ ਮੈਂ ਇਹ ਮੰਨ ਕੇ ਚੱਲਦਾ ਗਾ, ਦੇਖੋ ਕਿ ਕੁਦਰਤ ਨੂੰ ਮੰਨਣ ਵਾਲਾ ਵਿਅਕਤੀ ਹਾਂ ਮੈਂ, ਕਿ ਕੁਦਰਤ ਦੇ ਵਿੱਚ ਸਭ ਕੁਛ ਹੈ, ਕੁਦਰਤ ਦੇ ਹੱਥ ਦੇ ਵਿੱਚ ਹੈ, ਕਰੇ ਕਰਾਵੇ ਆਪੇ ਆਪ। ਜਦੋਂ ਪਰਮਾਤਮਾ ਨੇ ਕਹਿਤਾ ਤਾਂ ਉਦੋਂ ਕੁਦਰਤ ਤਿੰਨੇ ਹੀ ਇਕੱਠੀਆਂ ਆ ਜਾਣ, ਅੱਗੜ ਪਿਛੜ ਆ ਜਾਣ। ਅਤੇ ਇਹ ਜ਼ਰੂਰ ਵਾਅਦਾ ਰਿਹਾ ਤੁਹਾਡੇ ਨਾਲ ਕਿ ਵੀ ਜਦੋਂ ਨੈਕਸਟ ਟਾਈਮ ਆਪਾਂ ਮਿਲੀਏ ਤਾਂ ਕਿਤਾਬ ਦਾ ਟਾਈਟਲ ਤੁਹਾਨੂੰ ਵੀ ਮੈਂ ਭੇਂਟ ਕਰਾਂ। ਬਹੁਤ ਸੋਹਣੀ ਗੱਲ ਹੈ ਜੀ। ਜਸਵੰਤ ਸਿੰਘ ਕਮਲ ਦੀ ਇੱਕ ਤੁਕਾਂ ਨੇਗੀਆਂ, ਕਹਿੰਦਾ ਸੱਚੇ ਦੋਸਤ ਹੈ ਜਿਹੜੇ ਸੁੰਦਰ ਦਿਲ ਦੇ ਬਗੀਚੇ ਦੇ ਫੁੱਲ ਹੁੰਦੇ ਆ। ਸਾਹਿਤਕ ਖੇਤਰ 'ਚ ਕੁਛ ਨਾਂ ਲੈਣਾ ਚਾਹੋਗੇ ਇੰਟਰਵਿਊ 'ਤੇ ਕਿ ਤੁਹਾਡੇ ਕਿਹੜੇ ਦੋਸਤਾਂ ਨੇ ਤੁਹਾਡਾ ਸਾਥ ਦਿੱਤਾ, ਕਿਹੜੇ ਸਾਹਿਤਕਾਰ ਹੈ ਜਿਹੜੇ ਸੋਹਣਾ ਲਿਖਦੇ ਆ, ਤੁਹਾਡੇ ਦਿਲ ਦੇ ਨੇੜੇ? ਦੇਖੋ ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸਾਡੇ ਕਦਾਵਰ ਲੇਖਕ ਹੈ, ਕਹਾਣੀਕਾਰ ਹੈ, ਕਵੀ ਹੈਗੇ ਹੈ, ਉਹਨਾਂ ਦਾ ਤਾਂ ਜ਼ਿਕਰ ਹੀ ਜ਼ਿਕਰ ਹੈਗਾ, ਠੀਕ ਹੈ ਨਾ। ਬਿਰਕ ਦੀ ਗੱਲ ਕਰੀਏ ਆਪਾਂ, ਜਾਂ ਜਿਵੇਂ ਰੌਲਕ ਦੀ ਗੱਲ ਕਰੀਏ, ਕਵਿਤਾ ਦੇ ਖੇਤਰ 'ਚ ਅੰਮ੍ਰਿਤਾ ਦੀ ਗੱਲ ਕਰੀਏ, ਸ਼ਿਵ ਦੀ ਗੱਲ ਕਰੀਏ, ਠੀਕ ਹੈ। ਤਾਂ ਮੈਂ ਥੋੜ੍ਹਾ ਜਿਹਾ ਇਸ ਗੱਲ ਤੋਂ ਥੋੜ੍ਹਾ ਜਿਹਾ ਅਲੱਗ ਵੀ ਆਪਦੇ ਵਿਚਾਰ ਰੱਖਦਾ ਹੁੰਦਾ ਕਿ ਨਾਲ ਤੁਹਾਨੂੰ ਸਮਕਾਲੀ ਜੋ ਕੁਛ ਚੱਲ ਰਿਹਾ ਹੈ ਉਹਦੇ ਵੱਲ ਵੀ ਤੁਹਾਨੂੰ ਚੱਲਣਾ ਚਾਹੀਦਾ ਹੈਗਾ। ਠੀਕ, ਬਿਲਕੁਲ ਠੀਕ ਹੈ ਨਾ। ਜਿਵੇਂ ਹੁਣ ਆਪਾਂ ਮੈਕਸਿਮ ਗੋਰਕੀ ਦੀ ਗੱਲ ਕਰੀਏ, ਹੋ ਸਕਦਾ ਵੀ ਮੇਰੇ ਇਸ ਗੱਲ 'ਤੇ ਥੋੜ੍ਹੇ ਲੋਕ ਉਹ ਕਰਨ। ਮੈਕਸਿਮ ਗੋਰਕੀ ਦਾ ਨਾਵਲ ਸੀਗਾ ਮਾਂ, ਠੀਕ ਹੈ। ਉਹ ਜੇ ਤੁਸੀਂ ਅੱਜ ਦੇ ਮਤਲਬ ਕਾਲਖੰਡ ਦੇ ਵਿੱਚ ਪੜ੍ਹੋ ਤਾਂ ਉਹਦਾ ਹੋਰ ਅਰਥ ਹੈ, ਉਸ ਕਾਲਖੰਡ ਦੇ ਵਿੱਚ ਹੋਰ ਅਰਥ ਹੈ ਜਦੋਂ ਲਿਖਿਆ ਗਿਆ, ਠੀਕ ਹੈ। ਤਾਂ ਮੈਂ ਇਹ ਚਾਹੁੰਦਾ ਹੁੰਦਾ ਕਿ ਤੁਸੀਂ ਜਿਹੜੇ ਪੂਰਨੇ ਹੈਗੇ ਹੈ ਉਹ ਉਹਨਾਂ ਲੇਖਕਾਂ ਦੀ ਚੱਲੀ ਚੱਲੋ ਤੁਸੀਂ, ਜੋ ਜਿਹੜੇ ਪੁਰਾਣੇ ਆਪਣੇ ਸੀਗੇ, ਪਰ ਨਾਲ ਤੁਸੀਂ ਜੋ ਅਜੋਕੀ ਪੀੜ੍ਹੀ ਤੁਹਾਨੂੰ ਕੁਛ ਨਾ ਕੁਛ ਪ੍ਰੋਵਾਈਡ ਕਰ ਰਹੀ ਹੈ ਉਹਨੂੰ ਵੀ ਪੜ੍ਹੋ, ਉਸ ਨੂੰ ਵੀ ਮਤਲਬ ਕਿ ਲੱਗੇ ਕਿ ਆਪਾਂ ਵੀ ਕੁਛ ਕਰ ਰਹੇ ਹੈਗੇ, ਠੀਕ ਹੈ। ਤਾਂ ਮਤਲਬ ਕਿ ਉਹਨਾਂ ਦੇ ਨਾਲ ਜਿਹੜੇ ਕਿ ਉਹਨਾਂ ਦਾ ਤਾਂ ਹੁਣ ਜ਼ਿਕਰ ਹੀ ਕੀ ਕਰਨਾ, ਜਿਹੜੇ ਮਤਲਬ ਸਾਰੀ ਦੁਨੀਆ ਹੀ ਜ਼ਿਕਰ ਕਰਦੀ ਹੈ ਉਹਨਾਂ ਦਾ, ਸਾਰੀਆਂ ਮਤਲਬ ਕਿ ਕੋਈ ਵੀ ਵਿਧਾ ਦੇ ਹੈਗੇ ਉਹਨਾਂ ਨਾਲ ਆਪਾਂ ਜੁੜੇ ਹੋਏ ਹੈਗੇ। ਤਾਂ ਇਸ ਤੋਂ ਬਾਅਦ ਜੇਕਰ ਮੈਂ ਅੱਜ ਦੇ ਮਾਹੌਲ ਦੀ ਗੱਲ ਕਰਾਂ ਜਾਂ ਯਾਰਾਂ ਦੋਸਤਾਂ ਦੀ ਗੱਲ ਕਰਾਂ ਜਿਹੜੇ ਮੇਰੇ ਨੇੜੇ ਦੀ ਆਪਾਂ ਗੱਲ ਕਰਦੇ ਹੈਗੇ, ਉਹਨਾਂ ਦੇ ਵਿੱਚੋਂ ਜਿਵੇਂ ਪਹਿਲਾਂ ਤੁਹਾਡਾ ਹੀ ਜ਼ਿਕਰ ਕਰੂੰ, ਤੁਹਾਡੀਆਂ ਕਹਾਣੀਆਂ ਪੜ੍ਹੀਆਂ ਮੈਂ ਤਾਂ ਮੈਨੂੰ ਬੜੀਆਂ ਵਧੀਆ ਲੱਗੀਆਂ ਸ਼ੁਰੂ ਦੇ ਵਿੱਚ ਹੀ ਜਦੋਂ ਮਤਲਬ ਕਿ ਆਪਾਂ ਮਿਲੇ ਹੈਗੇ ਤਾਂ ਉਸ ਵੇਲੇ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਭੁਪਿੰਦਰ ਮਾਨ ਦਾ ਵਧੀਆ ਨਾਮ ਹੈਗਾ, ਸਾਡੇ ਸੁਖਦੇਵ ਮਾਨ, ਅਮਰਜੀਤ ਹੈਗਾ, ਸੁਖਦੇਵ ਮਾਨ ਹੈ। ਤਾਂ ਇਸ ਤੋਂ ਇਲਾਵਾ ਵੀਰਪਾਲ ਕੌਰ ਹੈ ਕੁੜੀ, ਉਹ ਬਹੁਤ ਵਧੀਆ ਲਿਖਦੀ ਹੈਗੀ, ਠੀਕ ਹੈ, ਬਹੁਤ ਵਧੀਆ, ਅਤੇ ਕਹਾਣੀ ਦੇ ਉੱਤੇ ਉਹਦੀ ਕਾਫੀ ਪਕੜ ਹੈ। ਜੇ ਹੁਣ ਮਿੰਨੀ ਕਹਾਣੀ ਦੀ ਗੱਲ ਕਰੀਏ ਜਿਵੇਂ ਜਗਦੀਸ਼ ਕੁਲਰੀਆ ਹੈਗਾ, ਠੀਕ ਹੈ, ਸ਼ਾਮ ਸੁੰਦਰ ਦੀਪਤੀ ਜੀ ਹੈਗੇ, ਠੀਕ, ਬਹੁਤ ਮਤਲਬ ਕਿ ਹੁਣ ਕਿਹਦਾ ਆਪਾਂ ਮਤਲਬ ਕਿ ਉਹ ਗੱਲ ਕਰੀਏ ਤਾਂ ਮੈਂ ਮਤਲਬ ਕਿ ਇਹਨਾਂ ਦੇ ਨਾਲ ਵੀ ਇੱਕ ਤਰ੍ਹਾਂ ਦਾ ਚੱਲ ਰਿਹਾ, ਠੀਕ ਹੈ। ਇਹ ਨਹੀਂ ਹੈਗਾ ਕਿ ਆਪਾਂ ਮਤਲਬ ਕਿ ਪਿਛਲਿਆਂ ਦੀ ਉਹ ਨਹੀਂ ਗੱਲ ਕਰਦੇ, ਹਾਂ, ਉਹਨਾਂ ਦੇ ਨਾਲ ਨਵੀਂ ਕਿਤਾਬ ਨੂੰ ਵੀ ਆਪਾਂ ਮਤਲਬ ਕਿ ਤਰਜੀਹ ਦੇਣੀ ਚਾਹੀਦੀ ਹੈ, ਤਾਂ ਹੀ ਜਿਹੜੀ ਕਿਤਾਬ ਕਲਚਰ ਸਾਹਮਣੇ ਆਊਗੀ, ਠੀਕ ਹੈ। ਜੇਕਰ ਹੁਣ ਤੁਸੀਂ ਦੇਖੋ ਵੀ ਜਿਹੜੇ ਹੈਗੇ ਪਬਲਿਸ਼ਰ ਨੇ ਪੈਸੇ ਲੈ ਕੇ ਕਿਤਾਬ ਛਾਪਤੀ, ਕਿਤਾਬ ਤੁਹਾਡੇ ਕੋਲ ਘਰੀ ਪਈ ਰਹਿ ਜਾਂਦੀ ਹੈ, ਜਾਂ ਤੁਸੀਂ ਯਾਰਾਂ ਦੋਸਤਾਂ ਨੂੰ ਫੜਾ ਦਿੰਦੇ ਆ ਜਾਂ ਹੋਰ ਹੈ, ਉਹ ਕੋਈ ਪੜ੍ਹਦਾ ਨਹੀਂ ਹੈਗਾ, ਇੱਕ ਗਿਫਟ ਦਿੱਤਾ ਜਾਂਦਾ ਹੈਗਾ ਜਾਂ ਹੋਰ ਹੈਗਾ। ਤਾਂ ਮੈਂ ਕਹਿੰਦਾ ਵੀ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਜਾਂ ਤੁਹਾਡੀ ਜਿਹੜੀ ਰੀਡਿੰਗ ਟੇਬਲ ਦੇ ਉੱਤੇ, ਸਟੱਡੀ ਟੇਬਲ ਦੇ ਉੱਤੇ
ਜੇਕਰ ਗੋਰਕੀ ਬੈਠਾ ਹੈ, ਜੇਕਰ ਨਾਨਕ ਸਿੰਘ ਬੈਠਾ ਹੈ, ਸ਼ਿਵ ਬਟਾਲਵੀ ਬੈਠਾ ਹੈ, ਤਾਂ ਆਧੁਨਿਕ ਦੌਰ ਦੇ ਕਵੀ ਕਹਾਣੀਕਾਰ ਵੀ ਬੈਠੇ ਹੋਣੇ ਚਾਹੀਦੇ ਆ। ਮਹਿਤਾ ਸਾਹਿਬ ਬਹੁਤ ਹੀ ਵਧੀਆ ਮੈਸੇਜ ਕਨਵੇ ਕੀਤਾ ਹੈ। ਅੱਜ ਵੀ ਜਦੋਂ ਅਸੀਂ ਨਾਵਲ ਸਟੋਰਾਂ 'ਤੇ ਜਾਂਦੇ ਹਾਂ ਤਾਂ ਉਹੀ ਜਿਹੜੇ ਸਾਡੇ ਥੰਮ ਹੈਗੇ ਨਾਵਲਕਾਰੀ ਦੇ, ਕਹਾਣੀਕਾਰੀ ਦੇ, ਗਜ਼ਲ ਕਵਿਤਾ ਦੇ, ਉਹਨਾਂ ਨੂੰ ਸਟੱਡੀ ਕਰੀ ਜਾਂਦੇ। ਸੋ ਤੁਹਾਡਾ ਬਹੁਤ ਸੋਹਣਾ ਨੌਜਵਾਨ ਪੀੜ੍ਹੀ ਨੂੰ ਮੈਸੇਜ ਹੈ ਕਿ ਜਿਹੜੇ ਕੱਦਾਵਰ ਲੇਖਕਾਂ ਦੇ ਨਾਲ ਜਿਹੜੇ ਨੌਜਵਾਨ ਮੁੰਡੇ ਪੀੜ੍ਹੀ ਹੈ, ਨਵੀਂ ਪੀੜ੍ਹੀ ਹੈ, ਕੁੜੀਆਂ ਸਾਡੀਆਂ, ਉਹ ਲਿਖਦੇ ਨੇ, ਅਸੀਂ ਉਹਨਾਂ ਦੀਆਂ ਕਿਤਾਬਾਂ ਰੱਖ ਦਿੰਦੇ ਹਾਂ ਜਾਂ ਅੱਗੇ ਦੇ ਦਿੰਦੇ ਹੈਗੇ। ਸੋ ਉਹਨਾਂ ਨੂੰ ਪੜ੍ਹਨਾ ਚਾਹੀਦਾ, ਆਪਣੀ ਲਾਇਬ੍ਰੇਰੀ ਦੇ ਵਿੱਚ, ਪਬਲਿਕ ਲਾਇਬ੍ਰੇਰੀਆਂ ਦੇ ਵਿੱਚ ਉਹਨੂੰ ਪੜ੍ਹਿਆ ਜਾਣਾ ਚਾਹੀਦਾ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਆਖਰੀ ਸਫਾ ਵੱਲ ਵੱਧ ਰਹੇ ਹਾਂ। ਮਹਿਤਾ ਸਾਹਿਬ, ਕੋਈ ਐਸੀ ਗੱਲਬਾਤ ਸਾਡੀ ਨੌਜਵਾਨ ਪੀੜ੍ਹੀ ਨੂੰ ਮੈਸੇਜ ਕਨਵੇ ਕਰਨਾ ਚਾਹੋ, ਜਾਂ ਕੋਈ ਤੁਹਾਡੇ ਮਨ 'ਚ ਕੋਈ ਗੱਲਬਾਤ ਹੋਵੇ ਜਿਹੜੀ ਅਸੀਂ ਪੁੱਛਣੋਂ ਰਹਿ ਗਏ ਹੋਈਏ, ਤਾਂ ਉਹ ਸਾਡੇ ਸਰੋਤਿਆਂ ਨਾਲ ਜ਼ਰੂਰ ਤੁਸੀਂ ਥੋੜ੍ਹੇ ਸ਼ਬਦਾਂ 'ਚ ਸਾਂਝੀ ਕਰ ਸਕਦੇ। ਦੇਖੋ, ਸਾਹਿਤ ਅਤੇ ਇੱਕ ਮੈਂ ਕਿਉਂਕਿ ਅਧਿਆਪਕ ਹਾਂ, ਠੀਕ ਹੈ, ਇਹ ਦੋਨੇ ਗੱਲਾਂ ਬੜੀਆਂ ਵਧੀਆ ਜੁੜੀਆਂ। ਅੱਜ ਮੈਂ ਕਿਸੇ ਦਾ ਪੜ੍ਹ ਰਿਹਾ ਸੀਗਾ, ਪਾਲੀ ਖਾਦਮ, ਇੱਕ ਗਜ਼ਲ ਲਿਖਦਾ ਮੁੰਡਾ ਬਹੁਤ ਵਧੀਆ, ਤਾਂ ਉਹਦਾ ਅੱਜ ਮੈਂ ਪੜ੍ਹਿਆ, ਕਾਸ਼ ਮੈਂ ਪੰਜਾਬੀ ਮਾਸਟਰ ਹੁੰਦਾ। ਤਾਂ ਉਹਦੀ ਬੜੀ ਵਧੀਆ ਉਹਦੀ ਗੱਲ ਹੋਈ ਵੀ, ਕਿਉਂਕਿ ਉਹ ਹੋਰ ਜੁੜਨਾ ਚਾਹੁੰਦਾ ਹੈਗਾ, ਠੀਕ ਹੈ। ਤਾਂ ਜਿਵੇਂ ਇੱਕ ਸਾਡੇ ਅਮਨ ਮਾਨਸਾ ਹੈਗਾ ਮੁੰਡਾ, ਉਹਦਾ ਨਾਵਲ ਸੀਗਾ, ਉਹਦਾ ਕਮਾਲ ਦੀਆਂ ਗੱਲਾਂ, ਕਹਾਣੀਆਂ ਉਹਦੀਆਂ ਸੀਗੀਆਂ। ਤਾਂ ਮੇਰੇ ਕਹਿਣ ਦਾ, ਮੈਂ ਜਿਹੜਾ ਨੌਜਵਾਨ ਪੀੜ੍ਹੀ ਹੈ ਉਸ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਕਿ ਸਾਹਿਤ ਦੇ ਨਾਲ ਜਿਹੜਾ ਹੈਗਾ ਉਹ ਜੁੜੇ ਰਹਿਣ। ਦੂਸਰੀ ਗੱਲ ਹੈ, ਤੁਸੀਂ ਦਿਲ ਦੀ ਗੱਲ ਕੀਤੀ ਹੈ, ਤਾਂ ਮੈਂ ਆਪਣੀ ਇੱਕ ਉਦਾਹਰਨ ਦੇਵਾਂਗਾ ਕਿ ਇਸ ਸਾਹਿਤ ਨੇ ਜਿਹੜੇ ਜੋ ਮੈਂ ਕੁਛ ਲਿਖਿਆ, ਪਤਾ ਨਹੀਂ ਕੀ ਲਿਖਿਆ, ਇਹ ਤਾਂ ਅੱਖਰਕਾਰੀ ਹੈ, ਉਹ ਲੋਕਾਂ ਨੇ ਨਾਮ ਦਿੱਤਾ ਵੀ ਗੀਤ ਹੈ ਕਿ ਗਜ਼ਲ ਹੈ ਕਿ ਕਵਿਤਾ ਹੈਗੀ। ਇਸ ਨੇ ਮੈਨੂੰ ਇੰਨਾ ਕੁ ਮਾਣ ਸਨਮਾਨ ਦਿੱਤਾ ਕਿ ਪੰਜਾਬ ਦੇ ਵਿੱਚ 2019 ਦੇ ਵਿੱਚ ਜਿਹੜੇ ਹੈਗੇ ਫਿਜ਼ੀਕਲ ਚੈਲੰਜ ਪਰਸਨ ਹੈ, ਉਹਨਾਂ ਨੂੰ ਸਟੇਟ ਅਵਾਰਡ ਦਿੱਤਾ ਜਾਂਦਾ ਹੈਗਾ। ਇਹ ਤੁਹਾਡੇ ਲਈ ਤੇ ਮੌੜ ਅਤੇ ਬਠਿੰਡੇ ਹਲਕੇ ਲਈ, ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ ਇਹ ਅਵਾਰਡ ਹੈ ਜਿਹੜਾ ਮਿਲਿਆ ਇਹ ਸਰਗਰਮੀਆਂ ਦੇ ਬਦਲੇ 'ਚ, ਬੜਾ ਵੱਡਾ ਮਾਣ ਸਤਿਕਾਰ ਹੋਇਆ। ਬਿਲਕੁਲ, ਮੈਂ ਹੈਰਾਨ ਹਾਂ ਇਸ ਗੱਲ ਦਾ ਕਿ ਜਦੋਂ ਮਤਲਬ ਇਹ ਵੀ ਇੱਕ ਲੇਖਿਕਾ ਸੀਗੀ, ਉਸ ਨੇ ਮੈਨੂੰ ਕਿਹਾ ਬਹੁਤ ਵਾਰ ਕਿ ਤੁਸੀਂ ਆਪਦਾ ਭਰ ਕੇ ਭੇਜੋ। ਮੈਂ ਬਸ ਹਰ ਵਾਰ ਇਹੀ ਕਹਿੰਦਾ, ਜਿਵੇਂ ਕਿਤਾਬ ਦੀ ਗੱਲ ਆਪਾਂ ਕਰਦੇ ਹਾਂ ਵੀ ਹਾਂ ਮੈਂ ਭੇਜਤਾ, ਪਰੰਤੂ ਮੈਂ ਨਹੀਂ ਭੇਜਿਆ ਸੀ ਆਪਣਾ ਜਿਹੜਾ ਉਹਨਾਂ ਨੂੰ ਕਾਗਜ਼ ਪੱਤਰ ਭੇਜਣੇ ਸੀ। ਬਿਲਕੁਲ ਦਿਨ ਦੇ ਦਿਨ ਜਾਂ ਕਹੀਏ 5-4 ਦਿਨ ਪਹਿਲਾਂ ਹੀ ਮੈਂ ਭੇਜਿਆ, ਅਤੇ ਮੈਨੂੰ ਬਠਿੰਡਾ ਜਿਹੜਾ ADC ਵੱਲੋਂ ਫੋਨ ਆਇਆ ਕਿ ਵੀ ਤੁਹਾਨੂੰ ਜਿਹੜਾ ਹੈਗਾ ਉੱਥੇ ਅੰਮ੍ਰਿਤਸਰ ਤੁਹਾਡਾ ਜਿਹੜਾ ਸਟੇਟ ਅਵਾਰਡ ਦਿੱਤਾ ਜਾਣਾ ਹੈਗਾ। ਤਾਂ ਉਹ ਸਟੇਟ ਅਵਾਰਡ ਨੂੰ ਮਤਲਬ ਕਿ ਦਿਵਾਉਣ ਦੇ ਵਿੱਚ ਜਿਹੜੀ ਮੇਰੀ ਸਾਹਿਤ ਦੀ ਜੋ ਘਾਲਣਾ ਸੀਗੀ, ਅਤੇ ਇੱਕ ਬਤੌਰ ਅਧਿਆਪਕ ਜੋ ਮੈਂ ਵਿਚਰ ਰਿਹਾ ਜਾਂ ਸਮਾਜ ਦੇ ਲਈ ਕੋਈ ਤਿਲ ਫੁਲ ਕਰ ਰਿਹਾ ਮੈਂ, ਮਤਲਬ ਮਾੜਾ ਮੋਟਾ ਜਿੰਨਾ ਕੁ ਮੈਂ ਕਰ ਸਕਦਾ, ਤਾਂ ਉਹਦਾ ਇੱਕ ਬਹੁਤ ਵੱਡਾ ਯੋਗਦਾਨ ਸੀ। ਮੈਂ ਇਹ ਕਹਿਣਾ ਚਾਹੂੰਗਾ ਕਿ ਜਦੋਂ ਮੈਂ ਇਸ ਸਥਿਤੀ ਦੇ ਵਿੱਚ ਮਤਲਬ ਕਿ ਇੱਥੋਂ ਤੱਕ ਪਹੁੰਚ ਸਕਦਾ, ਤਾਂ ਜਿਹੜੇ ਨੌਜਵਾਨ ਬੱਚੇ ਹੈਗੇ ਵਧੀਆ ਸਿਹਤਮੰਦ ਹੈਗੇ ਹੈ, ਉਹ ਕਿਤੇ ਵੀ ਕਿਤੇ ਜਾ ਸਕਦੇ ਹੈਗੇ। ਹੋਰ ਵੀ ਮਾਨ ਸਨਮਾਨ ਤੁਹਾਡਾ ਹੋਏਗਾ? ਹਾਂ, ਕਈ ਥਾਵਾਂ 'ਤੇ ਮਤਲਬ ਜਿੱਥੇ ਵੀ ਕੋਈ, ਜਿੱਥੋਂ ਤੱਕ ਮੈਂ ਜਾਂਦਾ, ਕਿਉਂਕਿ ਮੇਰੀ ਬਾਹਰ ਅੰਦਰ ਆਉਣ ਜਾਣ ਦੀ ਥੋੜ੍ਹੀ ਜਿਹੀ ਦਿੱਕਤ ਰਹਿੰਦੀ ਹੈਗੀ, ਮੈਨੂੰ ਜਾਣਾ ਕਰਨਾ ਬਹੁਤ ਔਖਾ ਲੱਗਦਾ ਹੈਗਾ। ਤਾਂ ਮਾਨ ਸਨਮਾਨ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਜੀ, ਜਦੋਂ ਤੁਹਾਡੀ ਕੋਈ ਰਚਨਾ ਪੜ੍ਹ ਕੇ ਅਤੇ ਤੁਹਾਨੂੰ ਕੋਈ ਫੋਨ ਕਰਦਾ ਹੈਗਾ, ਤੁਹਾਡੇ ਨੂੰ ਮਿਲਦੇ ਹੈ, ਤਾਂ ਬਹੁਤ ਵੱਡੀ ਪ੍ਰਾਪਤੀ ਹੈ। ਜਗਬਾਣੀ ਦੇ ਵਿੱਚ ਮੈਂ ਆਪਣੀ ਕਹਾਣੀ ਭੇਜੀ, ਅਤੇ ਤੁਸੀਂ ਯਕੀਨ ਮੰਨਣਾ ਕਿ ਘੱਟੋ ਘੱਟ 1.5 ਮਹੀਨੇ ਤੱਕ ਫੋਨ ਆਉਂਦੇ ਰਹੇ ਲੋਕਾਂ ਦੇ, ਇੰਨੀ ਪਸੰਦ ਕੀਤੀ। ਬਾਕੀ ਮੈਨੂੰ ਐਂ ਲੱਗਿਆ ਵੀ ਹਾਂ ਵਧੀਆ ਕਹਾਣੀ ਲਿਖੀ ਗਈ। ਪੰਜਾਬੀ ਟ੍ਰਿਬਿਊਨ ਦੇ ਵਿੱਚ ਆਪਣਾ ਜਾਂ ਜਗਬਾਣੀ ਦੇ ਵਿੱਚ ਆਪਣਾ ਬਹੁਤ ਵੱਡੀ ਗੱਲ ਹੈ, ਜਾਂ ਪੰਜਾਬੀ ਜਾਗਰਣ ਦੇ ਵਿੱਚ ਦੇਖੋ ਇਹ ਮਾਣ ਸਨਮਾਨ ਹੀ ਹੈ ਕਿ ਵੀ ਜਿਹੜੇ ਪ੍ਰਮੁੱਖ ਅਖਬਾਰ ਹੈ ਤੁਹਾਡੇ, ਨਵਾਂ ਜ਼ਮਾਨਾ ਹੈਗਾ, ਦੇਸ਼ ਸੇਵਕ ਹੈਗਾ, ਠੀਕ ਹੈ, ਪੰਜਾਬੀ ਜਾਗਰਣ ਹੈਗਾ, ਜੀਤ ਹੈਗਾ, ਠੀਕ ਹੈ, ਜਾਂ ਇਹ ਤੁਹਾਡਾ ਹੈਗਾ ਜਗਬਾਣੀ ਹੋ ਗਿਆ, ਪੰਜਾਬੀ ਟ੍ਰਿਬਿਊਨ ਹੋ ਗਿਆ, ਤਾਂ ਇਹਨਾਂ ਦੇ ਵਿੱਚ ਛਪ ਜਾਣਾ, ਅਤੇ ਫਿਰ ਜਿਹੜਾ ਸਰੋਤਿਆਂ ਦਾ ਤੁਹਾਡੇ ਨਾਲ ਰੂਬਰੂ ਹੋਣਾ, ਫੋਨ ਕਰਨਾ, ਤਾਂ ਬਹੁਤ ਵੱਡੀ ਗੱਲ ਹੈਗੀ। ਮਹਿਤਾ ਸਾਹਿਬ, ਸਾਡੇ ਨੌਜਵਾਨ ਪੀੜ੍ਹੀ ਲਈ ਅਤੇ ਸਾਰਿਆਂ ਲਈ ਨਾਵਲ, ਕਹਾਣੀ ਅਤੇ ਸਾਰੀਆਂ ਵਿਧਾਵਾਂ ਨੂੰ ਲੈ ਕੇ ਬਹੁਤ ਸੋਹਣੀ ਗੱਲਬਾਤ ਕੀਤੀ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਉਮੀਦ ਕਰਦੇ ਹਾਂ ਸਾਡੇ ਯਤਨਾਂ ਸਦਕਾ ਮੁੜ ਸਾਹਿਤਕ ਖੇਤਰ ਵੱਲ ਆ ਸਕੇ। ਸੋ ਅਗਲੀ ਵਾਰੀ ਫਿਰ ਕਿਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਚੜ੍ਹਦੀ ਕਲਾ ਮਾਲਵਾ ਨਿਊਜ਼ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸਤਿਕਾਰ। ਜਿਹੜੇ ਸਰੋਤੇ ਹੈਗੇ ਆ ਉਹ ਵੀ ਜੇਕਰ
ਮੇਰੇ ਸ਼ਬਦਾਂ ਤੋਂ ਕੁਝ ਪ੍ਰਾਪਤ ਕਰਨ ਅਤੇ ਅੱਗੇ ਵੱਲ ਵਧਣ, ਸਾਹਿਤ ਨਾਲ ਜੁੜਨ। ਸਾਡਾ ਇੱਕ ਮਕਸਦ ਹੈ ਜਿਵੇਂ ਸਿੱਧੂ ਵੀਰ ਦਾ ਹੈਗਾ ਕਿ ਲੋਕਾਂ ਨੂੰ ਸਾਹਿਤ ਦੇ ਨਾਲ ਜੋੜਨਾ, ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ। ਸਾਹਿਤ ਨਾਲ ਜੋ ਜੁੜ ਗਏ ਤਾਂ ਤੀਜਾ ਨੇਤਰ ਆਪਣੇ ਆਪ ਖੁੱਲ੍ਹ ਜਾਣਾ ਹੈਗਾ, ਤਾਂ ਤੁਹਾਨੂੰ ਸ੍ਰਿਸ਼ਟੀ ਦੇ ਦਰਸ਼ਨ ਹੋਣਗੇ ਅਤੇ ਤੁਹਾਡਾ ਭਵਿੱਖ ਜਿਹੜਾ ਹੈਗਾ ਹੋਰ ਵੀ ਜ਼ਿਆਦਾ ਉਜਵਲ ਹੋਊਗਾ। ਸੋ ਇਹ ਸਨ ਪ੍ਰਦੀਪ ਮਹਿਤਾ, ਸਾਡੇ ਬਹੁਤ ਅੱਛੇ ਸਾਹਿਤਕਾਰ ਮੌੜ ਮੰਡੀ ਜੀ। ਅਤੇ ਸਾਡੀ ਸਮੁੱਚੀ ਟੀਮ ਦੀ ਵੀ ਇਹੀ ਕੋਸ਼ਿਸ਼ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਜ਼ਿਆਦਾਤਰ ਸਮਾਜ ਨੂੰ ਸਿੱਧੇ ਨਾਲ ਹੀ ਗੱਲਾਂ, ਗਜ਼ਲਕਾਰ, ਕਹਾਣੀਕਾਰ, ਕਵਿਤਾ, ਨਾਵਲਕਾਰਾਂ ਨੂੰ ਤੁਹਾਡੇ ਜ਼ਿਆਦਾ ਰੂਬਰੂ ਕਰਾਉਂਦੇ, ਤਾਂ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਸਾਡੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਵੀ ਦੁਬਾਰਾ ਤੋਂ ਇਸ ਪਾਸੇ ਵੱਲ ਮੁੜ ਕੇ ਆ ਸਕੇ। ਜੋ ਪੜਕ ਧੜਕ ਚੜਕ ਧੜਕ ਵਾਲੇ ਗੀਤ ਨੇਗੇ ਜਾਂ ਮੋਬਾਈਲ ਹੈ ਉਹਨਾਂ ਤੋਂ ਦੂਰੀ ਹੈ ਜਿਹੜੀ ਉਹਨਾਂ ਦੀ ਬਣਾਈ ਜਾ ਸਕੇ। ਸੋ ਸਾਡਾ ਇਹੀ ਵੱਡਾ ਮਕਸਦ ਹੈ ਕਿ ਨੌਜਵਾਨ ਪੀੜ੍ਹੀ ਨੂੰ, ਸਾਰਿਆਂ ਨੂੰ ਹੀ, ਸਾਰੇ ਸੂਬੇ ਦੇ ਲੋਕਾਂ ਨੂੰ ਹੀ ਸਾਹਿਤ ਵੱਲ ਮੁੜ ਪ੍ਰੇਰਿਤ ਕੀਤਾ ਜਾਵੇ। ਸੋ ਅਗਲੀ ਵਾਰੀ ਫਿਰ ਕਿਸੇ ਇਸ ਤਰ੍ਹਾਂ ਹੀ ਚੰਗੇ ਸਾਹਿਤਕਾਰ ਨਾਲ ਤੁਹਾਨੂੰ ਰੂਬਰੂ ਕਰਾਂਗੇ। ਤਦ ਤੱਕ ਲਈ ਤੁਹਾਡੇ ਆਪਣੇ ਜਸਵੀਰ ਸਿੱਧੂ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ।